ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ। ਤੁਸੀਂ ਵੇਖ ਰਹੇ ਹੋ ਈਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਘੱਲੂਘਾਰਾ ਦਿਵਸ ਤੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸਿਮਰਨਜੀਤ ਸਿੰਘ ਮਾਨ। ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ। ਆਸ਼ਾ ਵਰਕਰਾਂ ਦਾ ਗੁੱਸਾ। ਰਾਜਾ ਵੜਿੰਗ ਪਹੁੰਚੇ ਹੁਸ਼ਿਆਰਪੁਰ। ਐਕਸਾਈਜ਼ ਪਾਲਿਸੀ ਦੀ ਆਹਟ। ਬੱਚੇ ਦੇ ਗੁੰਮ ਹੋਣ ਤੋਂ ਬਾਅਦ ਮਾਤਾ ਪਿਤਾ ਨੇ ਦਿੱਤਾ ਧਰਨਾ। ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਕਾਬੂ। ਕਾਨੂੰਨ ਵਿਵਸਥਾ ਤੇ ਉੱਠੇ ਸਵਾਲ। ਆਪ ਦਾ ਕਰਾਂਗੇ ਬਾਈਕਾਟ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਘੱਲੂਘਾਰਾ ਦਿਵਸ ਦੇ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ। ਉੱਥੇ ਪਹੁੰਚ ਕੇ ਉਹਨਾਂ ਨੇ ਕੀ ਵਿਚਾਰ ਵਿਮਰਸ਼ ਕੀਤਾ ਹੈ, ਕੀ ਗੱਲਬਾਤ ਕੀਤੀ ਹੈ, ਆਓ ਮਾਰਦੇ ਇਸ ਪੂਰੀ ਖਬਰ ਤੇ ਨਜ਼ਰ। ਆਪਣੇ ਸਿੰਘ ਆ ਕੇ ਗਾੜੀ ਨਾਲ ਜੋ ਹੁਣ ਇਹ ਚੱਲ ਰਿਹਾ ਮਾੜਾ ਜਿਹਾ ਅਜੇ ਆਈ ਹੌਲੀ ਹੌਲੀ ਸਲੋ ਥੱਲੇ ਥੱਲੇ ਮਾਨ ਸਾਹਿਬ ਖਲੋ ਜਾਓ ਉੱਥੇ ਬਸ ਨਹੀਂ ਅੱਜ ਸਿੱਖ ਕੌਮ ਦੇ ਲਈ ਬਹੁਤ ਗੰਭੀਰ ਦਿਨ ਹੈ। ਅਸੀਂ ਅਫਸੋਸ ਦੇ ਵਿੱਚ ਹੈਗੇ ਹਾਂ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ 1984 ਦਾ ਮਿਲਿਆ ਤੇ ਇੰਡੀਆ ਦੀ ਪ੍ਰੈਸ ਜਿਹੜੀ ਜ਼ਿੰਮੇਵਾਰ ਹੈ ਬਲੂ ਸਟਾਰ ਕਰਾਉਣ ਦੀ, ਉਹਨਾਂ ਦੇ ਵਿੱਚੋਂ ਇੱਕ ਟ੍ਰਿਬਿਊਨ ਹੈ, ਉਹਨਾਂ ਦੇ ਐਡੀਟਰ ਸੀਗੇ ਪ੍ਰੇਮ ਭਾਟੀਆ। ਇੱਕ ਇੰਡੀਅਨ ਐਕਸਪ੍ਰੈਸ ਹੈ, ਉਹਨਾਂ ਦੇ ਐਡੀਟਰ ਸੀਗੇ ਅਰੁਣ ਸ਼ੌਰੀ। ਇੱਕ ਟਾਈਮਜ਼ ਆਫ ਇੰਡੀਆ ਹੈ, ਉਹਨਾਂ ਦੇ ਐਡੀਟਰ ਸੀਗੇ ਗਿਰੀਲਾਲ ਜੈਨ। ਇੱਕ ਸੀ ਗਿਰੀਲਾਲ ਜੀ ਹੁਣ ਨਹੀਂ ਮੈਂ ਬੋਲਣਾ, ਜੇ ਮੈਨੂੰ ਬੋਲਣੋਂ ਹਟਾਤਾ ਬਸ ਫਿਰ ਨਹੀਂ, ਹੁਣ ਨਹੀਂ ਮੈਂ ਬੋਲਦਾ। ਜੇ ਮੇਰੀ ਗੱਲ ਨਹੀਂ ਸੁਣਨੀ ਫਿਰ ਨੋ। ਖਬਰ ਲੈਂਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਰੇ। ਚਾਰੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਔਰ ਮਾਹੌਲ ਅਜੇ ਬਿਲਕੁਲ ਸ਼ਾਂਤ ਹੈ। ਇਹੋ ਜਿਹੀ ਕੋਈ ਵੀ ਘਟਨਾ ਜਿਹੜੀ ਹੈ ਅਣਸੁਖਾਵੀ ਘਟਨਾ ਉਹ ਨਹੀਂ ਵਾਪਰੀ। ਮਾਹੌਲ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਲੋਕ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਨੇ ਔਰ ਉਸ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦੇ ਨੇ। ਆਓ ਮਾਰਦੇ ਇਸ ਪੂਰੀ ਖਬਰ ਤੇ ਨਜ਼ਰ। ਕੋਈ ਕੰਟਰੋਲ ਨਹੀਂ ਇਹਨਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਮਾੜੀ ਪਾਰਟੀ ਆ। हेलो ਅੱਜ ਅਸੀਂ
ਅੱਜ ਅਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਵਾਰਸ ਪੰਜਾਬ ਦੇ ਬਾਈ ਜੋ ਦੀਪ ਸਿੱਧੂ ਦੀ ਜਥੇਬੰਦੀ ਆ, ਦੋਨੋਂ ਜਥੇਬੰਦੀਆਂ ਵੱਲੋਂ ਅੱਜ ਸ਼ਹੀਦਾਂ ਨੂੰ ਸਰਹੱਦ ਲਈ ਭੇਟ ਕਰਨ ਲਈ ਮਾਰਚ ਕੱਢਿਆ ਗਿਆ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਨੇ ਜਿਹੜੀ ਧਰਮ ਦੀ ਸਾਡੀ ਧਰਮ ਯੁੱਧ ਮੋਰਚਾ ਦੀ ਅਸਲ ਲੜਾਈ ਜੋ ਪੰਜਾਬ ਦੀਆਂ ਮੰਗਾਂ ਸਨ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਜੋ ਲੜਾਈ ਲੜੀ, ਜਿਹੜੇ 1947 ਦੇ ਵਿੱਚ ਉਹ ਦੇਸ਼ ਦੀ ਵੰਡ ਹੋਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਰਕਾਰਾਂ ਨੇ। ਉਹ ਲੜਾਈ ਨੂੰ ਉਹਨਾਂ ਨੇ ਅੱਗੇ ਤੋਰਿਆ, ਪਰ ਸਮੇਂ ਦੀ ਹੁਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਅਤੇ 36 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਇੱਥੇ ਜਿਹੜੇ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜਿਹੜੇ ਮਾਸੂਮ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਇੱਥੇ ਜੋ ਪ੍ਰਕਾਰਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਦੋਵਾਂ ਜਥੀਆਂ ਬੰਦਿਆਂ ਵੱਲੋਂ। ਜਿਹੜੀਆਂ ਸਾਡੀਆਂ ਮੰਗਾਂ ਅੱਜ 38 ਸਾਲ ਹੋ ਗਏ ਜਿਉਂਦੀਆਂ ਤਿਉਂ ਖੜੀਆਂ, ਜਿਹੜੇ ਲੋਕਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਤੇ ਭਾਈ ਅਮਰੀਕ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਉਹਨਾਂ ਦੌਰਾਨ ਜਿਹੜੀ ਲੜਾਈ ਅੱਗੇ ਵਧਾਈ, ਭਾਈ ਅੱਜ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ। ਦੇਖੋ ਭਾਰਤ ਦਾ ਸੰਵਿਧਾਨ ਦੂਰੇ ਮਾਪਦੰਡ ਆ, ਇੱਥੇ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਾਪੇ ਦੇ ਨਾਲ ਜਿਹੜੇ ਸਿੱਖਾਂ ਨੂੰ ਵੱਢਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਸੱਜਣ ਕੁਮਾਰ ਜਗਦੀਸ਼ ਟਰੈਕਟਰ ਵਾਲੇ ਸਰੇਆਮ ਘੁੰਮ ਰਹੇ ਆ। ਪਰ ਜਿਹੜੇ ਅੱਜ ਬੰਦੀ ਸਿੰਘ ਆ ਸਾਡੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਆ। ਉਹਨਾਂ ਦੀ ਰਿਹਾਈ ਲਈ ਜੋ ਕਿ ਅੱਜ ਅਸੀਂ ਇੱਥੇ ਇਹ ਮਾਰਚ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਦੀਪ ਸਿੱਧੂ ਹੁਣਾਂ ਨੇ ਸਿਮਰਜੀਤ ਸਮਾਨ ਦੀ ਪੂਰੀ ਸਪੋਰਟ ਕੀਤੀ ਸੀ ਜਦੋਂ ਵਿਧਾਨ ਸਭਾ ਚੋਣਾਂ ਸੀ। ਸਿਮਰਜੀਤ ਸਮਾਨ ਦੁਬਾਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਜਿਮਣੀ। ਕੀ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹ ਸਪੋਰਟ? ਬਿਲਕੁਲ ਜੀ, ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਬਿਲਕੁਲ ਉਹਦੀ ਸਪੋਰਟ ਕਰੂਗੀ, ਕਿਉਂਕਿ ਬਾਈ ਜਾਂਦਿਆਂ ਹੋਇਆਂ ਉਹਦੀ ਸਪੋਰਟ ਕਰਕੇ ਗਏ ਆ। ਕਿਉਂਕਿ ਸਿਮਰਨਜੀਤ ਮਾਨ ਦੀ ਜਿਹੜੀ ਪਾਰਟੀ ਆ ਉਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆ। ਹੋਰ ਕੋਈ ਵੀ ਨੈਸ਼ਨਲ ਪਾਰਟੀ ਜਾਂ ਇੱਥੋਂ ਦੀ ਪੰਜਾਬ ਦੀ ਲੋਕਲ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਾਡੇ ਜਜ਼ਬਾਤਾਂ ਨੂੰ ਮਸਲਦੀਆਂ ਵਾ। ਤੇ ਜਿਹੜਾ ਸਿਮਰਨਜੀਤ ਮਾਨ ਆ ਉਹਦੀ ਪਾਰਟੀ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਐ। ਇਸੇ ਕਰਕੇ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਸ ਟਾਈਮ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਸੀ ਤੇ ਉਹ ਅੱਜ ਵੀ ਕਰੂਗਾ। ਜੇ ਗੱਲ ਕਰੀਏ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਰਾਜੋਵਾਲ ਦੀ ਭੈਣ ਨੂੰ ਸਪੋਰਟ ਕੀਤੀ ਜਾ ਰਹੀ ਆ, ਉਹ ਵੀ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਨੇ, ਕੀ ਉਸ ਦੀ ਸਪੋਰਟ ਕੀਤੀ ਜਾਊਗੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਵੇਖੋ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਨੇ ਤਾਂ ਫਿਰ ਉਹਨਾਂ ਦੀ ਕੋਈ ਸਪੋਰਟ ਨਹੀਂ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦਾ ਹਜੇ ਤੱਕ ਸ਼ਿਵ ਸੈਨਾ ਦੇ ਨਾਲ ਗੱਠਜੋੜ ਆ। ਜਦ ਤੱਕ ਅਕਾਲੀ ਦਲ ਕਲੀਅਰ ਕਰੇ ਸਾਡਾ ਸ਼ਿਵ ਸੈਨਾ ਨਾਲ ਗੱਠਜੋੜ ਨਹੀਂ ਆ ਤਾਂ ਅਸੀਂ ਉਹਨਾਂ ਸਾਡੇ ਸਿੱਖ ਵਿਰੋਧੀ ਲੋਕਾਂ ਦੇ ਨਾਲ ਨਹੀਂ ਖੜ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੱਜ ਉਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਸੀਗਾ ਉਸ ਟਾਈਮ ਤੇ ਇਹ ਬੰਦੀ ਸਿੰਘਾਂ ਨੂੰ ਕਾਤਲ ਪਾਰਟੀ ਕਹਿੰਦੇ ਹੁੰਦੇ ਸੀ। ਸੁਖਬੀਰ ਬਾਦਲ ਇਹ ਗੱਲ ਕਲੀਅਰ ਕਰਨ ਕਿ ਉਹ ਕਾਤਲ ਨੂੰ ਟਿਕਟ ਦੇ ਰਹੇ ਨੇ। ਪਹਿਲਾਂ ਉਹ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਹੁੰਦੇ ਸੀਗੇ। ਮੈਂ ਤਾਂ ਰਾਜਵਾੜਾ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਪਹਿਲਾਂ ਵਾਲੇ ਬਿਆਨਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਇਹੋ ਜਿਹਾ ਫੈਸਲਾ ਲੈਣ ਲਈ, ਕਿਉਂਕਿ ਤੁਸੀਂ ਸਾਡੇ ਸਤਿਕਾਰਯੋਗ ਸ਼ਖਸੀਅਤ ਹੋ ਸਾਡੀ ਕੌਮ ਦੇ। 11 ਮੈਂਬਰੀ ਕਮੇਟੀ ਬਣਾਈ ਸੀ, ਕਮੇਟੀ ਦੇ ਵੀ ਬਾਅਦ ਵਿੱਚ ਵਿਰੋਧ ਹੋਣ ਲੱਗਿਆ। ਕਿਹਾ ਜਾ ਰਿਹਾ ਦਾਦੂਵਾਲ ਸਾਹਿਬ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਤਾਂ ਕਰਕੇ ਅਸੀਂ ਸਪੋਰਟ ਕਰਾਂਗੇ ਬੰਦੀ ਸਿੰਘਾਂ ਨੂੰ। ਬਿਲਕੁਲ ਜਾਇਜ਼ ਗੱਲ ਆ ਜੀ, ਬਿਲਕੁਲ ਜਾਇਜ਼ ਗੱਲ ਆ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਤਾਂ ਬੰਦੀ ਸਿੰਘ ਬਣੇ ਨੇ। ਇਹ ਬਾਦਲ ਕਿਆਂ ਦੇ ਪਰਿਵਾਰ ਦੀ ਵਜ੍ਹਾ ਕਰਕੇ ਅੱਜ ਸਾਡੇ ਸਿੰਘ ਅੱਜ ਬੈਠੇ ਨੇ। ਇਹ ਕਿੰਨੇ ਵਾਰੀ ਪਾਵਰ ਚ ਆਏ ਨੇ ਤੇ ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਮੇਟੀਆਂ ਬਣਾਈਆਂ? ਅੱਜ ਇਹਨਾਂ ਨੂੰ ਕਮੇਟੀਆਂ ਬਣਾਉਣ ਦਾ ਯਾਦ ਆਉਂਦਾ। ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ। ਹਾਂ, ਕਮੇਟੀ ਬਣਨੀ ਚਾਹੀਦੀ ਆ, ਬਿਲਕੁਲ ਸਹੀ ਗੱਲ ਆ, ਪਰ ਇਹ ਜਿਹੜੇ ਬੰਦੇ ਜਿਹੜੇ ਕਾਤਲ ਨੇ ਸਾਡੇ ਉਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਸਾਰੇ ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ, ਕਮੇਟੀ ਚੋਂ ਬੰਦੇ ਨਿਕਲ ਕੇ ਰਾਜਨੀਤੀ ਕਰਨ ਲੱਗ ਪਿਆ। ਬਿਲਕੁਲ ਜੀ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ, ਜਿਵੇਂ ਸੁਖਬੀਰ ਬਾਦਲ ਦੀ ਗੱਲ, ਜੇਕਰ 71 ਹੋਣਾ ਤਾਂ ਕਿਸੇ ਸਿਧਾਂਤ ਤੇ ਹੋਇਆ ਜਾਂਦਾ ਹੁੰਦਾ। ਸਿਧਾਂਤ ਬਣਾ ਲੈਣ, ਸਿਧਾਂਤ ਤੇ 71 ਹੋ ਜਾਣ। ਅੱਜ ਉਹ ਕਹਿੰਦੇ ਨੇ ਵੀ ਬੰਦੀ ਸਿੰਘਾਂ ਨੂੰ ਟਿਕਟ ਦਿੰਨੇ ਅਸੀਂ। ਜਿਸ ਦਿਨ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਬਰਾਬਰ ਬੀਬੀ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ। ਉਸ ਟਾਈਮ ਤੇ ਉਹਨਾਂ ਨੇ ਇਸ ਗੱਲ ਨੂੰ ਕਿਉਂ ਨਾ ਮੱਦੇਨਜ਼ਰ ਰੱਖਿਆ? ਹੋਂਦ ਨੂੰ ਬਚਾਉਣ ਵਾਸਤੇ ਅੱਜ ਬੰਦੀ ਸਿੰਘਾਂ ਦੀ ਯਾਦ ਆ ਗਈ ਆ। ਕਿੰਨਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਪਹਿਲਾਂ ਯਾਦ ਨਹੀਂ ਆਈ। ਜਗਤਾਰ ਸਿੰਘ ਹਵਾਰੇ ਨੂੰ ਕਾਤਲ ਕਹਿੰਦੇ ਸੀ ਹੁਣ ਤੱਕ, ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਡੁੱਬਦੀ ਹੋਈ ਬੇੜੀ ਨੂੰ ਸੁਖਬੀਰ ਸਿੰਘ ਬਾਦਲ ਪਾਰ ਲਾਉਣਾ ਚਾਹੁੰਦੇ ਆ। ਭੁੱਲਾਂ ਹੀ ਐਡੀਆਂ ਤਗੜੀਆਂ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ। ਉੱਥੇ ਗੁਰੂ ਸਾਹਿਬ ਦਾ ਜਾਪ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਗਈ। ਗੁਰੂ ਸੌਦਾ ਸਾਧ ਜੋ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਸੌਦਾ ਸਾਹਿਬ ਦੀ ਜਿਹੜੀ ਮਾਫੀ ਸੀਗੀ, ਇਥੋਂ ਕਾਲ ਤਖਤ ਸਾਹਿਬ ਦਵਾਈ, ਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਉਸ ਸਮੇਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਗੁਨਾਹ ਹੀ ਬਹੁਤ ਤਕੜੇ। ਇਹਨਾਂ ਨੂੰ ਕਿਵੇਂ ਮਾਫ ਕਰੂਗੀ ਸਿੱਖ ਕੌਮ ਜੀ? ਮਿਸਲਾਂ ਕਹਿੰਦੇ ਜਦੋਂ ਇਕੱਠੀਆਂ ਹੋ ਜਾਂਦੀਆਂ ਸੀ ਦੁਸ਼ਮਣ ਦਾ ਜਾਨ ਮਿਸਲਾਂ ਕਦੇ ਬੇਅਦਬੀਆਂ ਦੇ ਨਾਲ ਕਰਾਉਂਦੀਆਂ ਸੀ। ਮਿਸਲਾਂ ਦੇ ਵਿਚਾਰਕ ਮਤਭੇਦ ਹੁੰਦੇ ਸੀ, ਪੰਥਕ ਮਤਭੇਦ ਨਹੀਂ ਸੀ ਹੁੰਦੇ। ਜਿਹੜੀਆਂ ਮਿਸਲਾਂ ਸੀ ਨਾ, ਇੱਕ ਸਵਾਲ ਹੋਇਆ ਕਿ ਮਿਸਲਾਂ ਵੀ 71 ਹੋ ਜਾਂਦੀਆਂ ਸੀ। ਮਿਸਲਾਂ ਬੇਅਦਬੀ ਨਹੀਂ ਸੀ ਕਰਾਉਂਦੀਆਂ ਹੁੰਦੀਆਂ। ਮਿਸਲਾਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਸੀ ਪਹੁੰਚਾਉਂਦੀਆਂ ਹੁੰਦੀਆਂ। ਸਿੱਖਾਂ ਨੂੰ ਮਸਲ ਕੇ ਨਹੀਂ ਸੀ ਮਾਰਦੀਆਂ ਹੁੰਦੀਆਂ ਮਿਸਲਾਂ।
ਅਸੀਂ ਸਿਧਾਂਤਕ ਇਕੱਠ ਕਰਨਾ ਚਾਹੁੰਦੇ ਆ, ਸਾਰੀ ਕੌਮ ਇਕੱਤਰ ਹੋਵੇ, ਪਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜੇ ਉਹ ਵੀ ਵਿੱਚ ਬੈਠਣਗੇ ਤਾਂ ਫਿਰ ਅਸੀਂ ਇਨਸਾਫ ਕਿਹਦੇ ਤੋਂ ਲਵਾਂਗੇ? ਖਬਰ ਲੈਂਦੇ ਗੁਰਦਾਸਪੁਰ ਤੋਂ। ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਉਹਨਾਂ ਦੀਆਂ ਕੀ ਮੰਗਾਂ ਨੇ, ਵੇਖੋ ਖਬਰ। ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਅੱਜ ਅਸੀਂ ਜਿਹੜੇ ਕਾਗਜ਼ ਸਾੜੇ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਵਿਡ-19 ਦਾ 2500 ਸਾਡਾ ਮਾਨ ਭੱਤਾ ਲੱਗਾ ਸੀਗਾ ਉਹ ਸਰਕਾਰ ਨੇ ਬੰਦ ਕਰਤਾ ਹੈ 22 ਮਾਰਚ 22 ਤੱਕ। ਇਸ ਲਈ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਕਿ ਕੋਵਿਡ ਹੱਲੇ ਖਤਮ ਨਹੀਂ ਹੋਇਆ। ਸਰਕਾਰ ਸਾਨੂੰ ਦੱਸ ਦੇ ਵੀ ਕੋਵਿਡ ਖਤਮ ਹੋ ਗਿਆ। ਸਾਡੀ ਡਿਊਟੀਆਂ ਜਿਹੜੀਆਂ ਬਹੁਤ ਜ਼ਿਆਦਾ ਲਗਾਈ ਜਾਂਦੀਆਂ ਪਈਆਂ ਵਾ ਕਿ ਆਪਣੇ ਏਰੀਏ ਦੇ ਵਿੱਚ ਜਿੰਨੀ ਬੂਸਟਰ ਡੋਜ਼ ਹੈ, ਜਿੰਨੀ ਸੈਕਿੰਡ ਡੋਜ਼ ਹੈ, ਉਹ ਸਾਰੀ ਪੈਂਡੈਂਸੀ ਕਲੀਅਰ ਕਰੋ, ਘਰ ਘਰ ਜਾ ਕੇ ਸਾਰਿਆਂ ਦੀ ਵੈਕਸੀਨੇਸ਼ਨ ਕੰਪਲੀਟ ਕਰਾਓ ਤੇ ਬੁਲਾ ਕੇ ਆਪਣੇ ਸੈਂਟਰ ਤੇ ਲਿਆਓ। ਪਰ ਸਰਕਾਰ ਨੇ ਹੁਣ ਸਾਡਾ ਜਿਹੜਾ ਕੋਵਿਡ ਦਾ ਪੇਮੈਂਟ ਸੀ 2500 ਉਹ ਬੰਦ ਕਰ ਦਿੱਤੀ ਹੈ। ਸਰਕਾਰ ਸਾਨੂੰ ਇਸ ਦਾ ਜਵਾਬ ਦੇਵੇ ਕਿ ਕੋਵਿਡ ਖਤਮ ਹੋ ਗਿਆ ਹੈ। ਜੇਕਰ ਕੋਵਿਡ ਖਤਮ ਹੋ ਗਿਆ ਹੈ ਤੇ ਸਾਡੀਆਂ ਡਿਊਟੀਆਂ ਬਾਰ-ਬਾਰ ਕਿਉਂ ਲਗਾਈਆਂ ਜਾ ਰਹੀਆਂ ਨੇ? ਇਸ ਲਈ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਕਿ ਅਗਰ ਕੋਵਿਡ ਨਹੀਂ ਖਤਮ ਹੋਇਆ ਤੇ ਸਾਡਾ ਭੱਤਾ ਜਿਹੜਾ 2500 ਰੁਪਏ ਦਾ ਉਹ ਚਾਲੂ ਕੀਤਾ ਜਾਏ, ਕਿਉਂਕਿ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਛੋਟੇ ਬੱਚਿਆਂ ਦੀ ਵੀ ਵੈਕਸੀਨੇਸ਼ਨ ਆ ਰਹੀ ਹੈ ਤੇ ਉਸ ਵੇਲੇ ਅਗਰ ਕਰੋਨਾ ਖਤਮ ਹੈ ਤੇ ਫਿਰ ਸਾਨੂੰ ਉਸ ਟਾਈਮ ਤੇ ਡਿਊਟੀਆਂ ਦਾ ਮਤਲਬ ਨਹੀਂ ਕੋਈ ਬਣਦਾ। ਸਰਕਾਰ ਨੂੰ ਸਾਡੀ ਇਹੀ ਮੰਗ ਹੈ ਕਿ ਸਾਡੀਆਂ ਜਿਹੜੇ 2500 ਬੰਦ ਕੀਤਾ ਵਾ ਉਹਨੂੰ ਚਾਲੂ ਕਰੇ ਤੇ ਸਾਡਾ ਜਿਹੜਾ ਕੰਮ ਵਾ ਕੋਵਿਡ ਦਾ ਉਹ ਫੇਰ ਹੀ ਹੋਏਗਾ। ਆਸ਼ਾ ਵਰਕਰ ਫੇਰ ਹੀ ਕਰਨਗੀਆਂ। ਤੁਸੀਂ ਪਹਿਲਾਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ, ਮੰਗ ਪੱਤਰ ਦਿੱਤਾ? ਅਸੀਂ ਇਸ ਦੇ ਰਿਗਾਰਡਿੰਗ ਆਪਣੇ ਜਿਹੜੇ ਸਾਰੇ ਐਸਐਮਓ ਸਰ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਵਾ, ਸਿਵਲ ਸਰਜਨ ਸਰ ਨੂੰ ਵੀ ਮੰਗ ਪੱਤਰ ਦਿੱਤਾ ਕਿ ਕੋਵਿਡ ਦਾ ਕੰਮ ਦੀ ਡਿਊਟੀ ਜਦੋਂ ਤੱਕ ਸਾਡੇ ਉੱਤੇ ਹਾਇਰ ਯੂਨੀਅਨ ਵਾਲਿਆਂ ਦਾ ਉੱਪਰ ਗੱਲ ਹੋ ਰਹੀ ਹੈ ਉਹਨਾਂ ਦੀ ਕੋਵਿਡ ਦਾ ਬੰਦ ਕਰਨ ਦਾ ਅਸੀਂ ਲੈਟਰ ਐਸਐਮਓ ਸਰ ਨੂੰ ਵੀ ਦਿੱਤੀ ਹੈ, ਸਿਵਲ ਸਰਜਨ ਸਰ ਨੂੰ ਵੀ ਦਿੱਤੀ ਹੈ। ਉਹਨਾਂ ਨੇ ਕੋਈ ਦਿੱਤਾ ਆਸ਼ਵਾਸਨ ਦਿੱਤਾ, ਭਰੋਸਾ ਦਿੱਤਾ ਕੋਈ? ਸਰਕਾਰ ਨੂੰ ਹੀ ਫਾਰਵਰਡ ਹੋਣਾ ਹੈ ਇਹ ਲੈਟਰ ਤੇ। ਮੰਨ ਲਓ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ, ਅਗਲਾ ਸਟੈਪ ਤੇ ਫਿਰ ਅਸੀਂ ਕੰਮ ਨਹੀਂ ਕਰਾਂਗੇ। ਕੱਲ ਸਾਡੀ ਅੰਮ੍ਰਿਤਸਰ ਮੀਟਿੰਗ ਹੈ, ਉੱਥੇ ਸਾਡਾ ਅਗਲੇ ਆਗਾਜ਼ ਜਿਹੜਾ ਹੋਏਗਾ ਸਾਡਾ ਉਹ ਤਿੱਖਾ ਹੋਏਗਾ। ਖਬਰ ਲੈਂਦੇ ਹੁਸ਼ਿਆਰਪੁਰ ਤੋਂ। ਰਾਜਾ ਵੜਿੰਗ ਪਹੁੰਚੇ ਹੁਸ਼ਿਆਰਪੁਰ, ਕੀਤੀ ਵਰਕਰਾਂ ਦੇ ਨਾਲ ਔਰ ਕਾਂਗਰਸੀ ਆਗੂਆਂ ਦੇ ਨਾਲ ਗੱਲਬਾਤ ਔਰ ਤਿਆਰ ਕੀਤੀ ਹੈ ਭਵਿੱਖ ਦੀ ਰਣਨੀਤੀ। ਵੇਖੋ ਪੂਰੀ ਖਬਰ। ਜੀ ਨੀਚੇ ਕਰ ਦਿੰਦੇ ਇੱਥੇ ਕਰੋ। ਇੱਕ ਮਿੰਟ ਰੁਕਿਓ, ਫਿਰ ਰੁਕਿਓ। ਭਾਜੀ ਦੀਪਕ ਮਾੜਾ ਜੀ ਜਗ੍ਹਾ ਕਟੋ ਸਾਹਿਬ ਦੇਖਿਓ। ਰਤਨ ਭਾਜੀ ਕਿੱਥੇ ਆ? ਯਾਰ ਜਿਹੜੀ ਅੱਜ ਦੀ ਵਿਜ਼ਿਟ ਹੈ ਉਹ ਇਸ ਕਰਕੇ ਐਮਰਜੈਂਸੀ 'ਚ ਰੱਖੀ ਕਿ ਜਿਸ ਪ੍ਰਕਾਰ ਕੱਲ ਸ਼ਾਮ ਸੁੰਦਰ ਅਰੋੜਾ ਜੀ ਨੇ ਪੰਜਾਬ ਕਾਂਗਰਸ ਦੇ ਨਾਲ ਔਰ ਖਾਸ ਕਰਕੇ ਹੁਸ਼ਿਆਰਪੁਰ ਵਾਲਿਆਂ ਦੇ ਨਾਲ ਜੋ ਧੋਖਾ ਕੀਤਾ ਹੈ ਉਹਦੇ ਮੁਤਲਕ ਅੱਜ ਅਸੀਂ ਇੱਥੇ ਲੋਕਾਂ ਨੂੰ ਮਿਲਣ ਵਾਸਤੇ ਆਏ ਔਰ ਅਸੀਂ ਇਹ ਗੱਲ ਕਹਿਣ ਵਾਸਤੇ ਆਏ ਹਾਂ ਕਿ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਔਰ ਇਹਦੇ ਨਾਲ ਨਾਲ ਸ਼ਾਮ ਸੁੰਦਰ ਅਰੋੜਾ ਜੀ ਨੂੰ ਵੀ ਇਹ ਗੱਲ ਦੱਸਣ ਵਾਸਤੇ ਆਏ ਕਿ ਇਹ ਮਤ ਸਮਝਣਾ ਕਿ ਬਿਨਾਂ ਸਲਾਹ ਮਸ਼ਵਰਾ ਕੀਤੇ ਤੁਸੀਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਧੋਖਾ ਦੇ ਕੇ ਇੱਥੋਂ ਚਲੇ ਗਏ ਬਿਨਾਂ ਕਿਸੇ ਨਾਲ ਗੱਲ ਕੀਤਿਆਂ। ਸੋ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਮੰਤਰੀ ਬਣਾਉਣ ਦਾ ਕੰਮ ਕੀਤਾ। ਅੱਜ ਸ਼ਾਮ ਸੁੰਦਰ ਅਰੋੜਾ ਨੇ ਇਹਨਾਂ ਨਾਲ ਸਲਾਹ ਕਰਨੀ ਵੀ ਮੁਨਾਸਿਬ ਨਹੀਂ ਸਮਝੀ ਔਰ ਇਹ ਸੁਨੇਹਾ ਵੀ ਦੇਣਾ ਹੈ ਕਿ ਕਾਂਗਰਸ ਪਾਰਟੀ ਬਿਲਕੁਲ ਮਜ਼ਬੂਤ ਹੈ। ਔਰ ਮੈਂ ਇਸ ਗੱਲ ਲਈ ਬੀਜੇਪੀ 'ਚ ਜਾਣ ਵਾਸਤੇ ਸ਼ਾਮ ਸੁੰਦਰ ਅਰੋੜਾ ਜੀ ਦਾ ਧੰਨਵਾਦ ਕਰਦਾ ਕਿ ਇੱਕ ਆਮ ਬੰਦੇ ਵਾਸਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ। ਕਾਂਗਰਸ ਪਾਰਟੀ ਦੇ ਰਹਿੰਦਿਆਂ ਅਗਰ ਸ਼ਾਮ ਸੁੰਦਰ ਅਰੋੜਾ ਜੀ ਪਾਰਟੀ 'ਚ ਹੁੰਦੇ ਤਾਂ ਸ਼ਾਇਦ ਰਾਜਾ ਵੜਿੰਗੋ ਕੁਝ ਨਾ ਕਰ ਸਕਦਾ, ਜਿਹੜੀ ਮੇਰੇ ਮਨ ਦੀ ਇੱਛਾ ਹੈ। ਮੇਰੇ ਮਨ ਦੀ ਇਹ ਇੱਛਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਆਮ ਲੋਕਾਂ ਨੂੰ ਜਗ੍ਹਾ ਮਿਲੇ, ਕਾਂਗਰਸ ਪਾਰਟੀ ਦੇ ਵਿੱਚ ਇੱਕ ਆਮ ਵਰਕਰ ਦੀ ਗੱਲ ਹੋਵੇ, ਕਿਉਂ ਨਾ ਕਿਸੇ ਐਮਸੀ ਤੇ ਕੌਂਸਲਰ ਨੂੰ ਟਿਕਟ ਮਿਲੇ, ਕਿਉਂ ਨਾ ਕਿਸੇ ਸਰਪੰਚ ਨੂੰ ਹਲਕੇ ਦਾ ਇੰਚਾਰਜ ਬਣਾਇਆ ਜਾਵੇ, ਕਿਉਂ ਨਾ ਕੋਈ ਬਲਾਕ ਪ੍ਰਧਾਨ ਅੱਗੇ ਆ ਕੇ ਹੁਸ਼ਿਆਰਪੁਰ ਦੀ ਅਗਵਾਈ ਕਰੇ।
ਸੋ ਇਸ ਕਰਕੇ ਅੱਜ ਹਾਲਾਂਕਿ ਸਮਾਂ ਘੱਟ ਸੀ, ਕੱਲ ਨੂੰ ਅਸੀਂ ਕਾਗਜ਼ ਦਾਖਲ ਕਰਨੇ, ਅਨਾਉਂਸਮੈਂਟ ਕਰਨੀ ਹੈ ਆਪਦੇ ਕੈਂਡੀਡੇਟ ਦੀ। ਇਹ ਸੁਨੇਹਾ ਦੇਣ ਵਾਸਤੇ ਆਏ ਸ਼ਾਮ ਸੁੰਦਰ ਅਰੋੜਾ ਜੀ ਨੂੰ ਕਿ ਤੁਹਾਡੇ ਵਰਗੇ ਗਦਾਰ ਤੇ ਧੋਖੇਬਾਜ਼ ਲੋਕਾਂ ਨੂੰ ਜਨਤਾ ਮਾਫ ਨਹੀਂ ਕਰੇਗੀ। ਔਰ ਹੁਸ਼ਿਆਰਪੁਰ ਦੀ ਜਿਹੜੀ ਕਾਂਗਰਸੀ ਹੈ ਉਹਨਾਂ ਨੂੰ ਕਹਿਣ ਵਾਸਤੇ ਆਇਆ ਕਿ ਕਿਸੇ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜੇ ਹਾਂ। ਜਦੋਂ ਤੁਸੀਂ ਸਾਨੂੰ ਬੁਲਾਓਗੇ ਉਦੋਂ ਆਵਾਂਗੇ। ਇਹ ਪਹਿਲੀ ਮੀਟਿੰਗ ਹੈ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਨੂੰ ਪੁੱਛ ਕੇ ਆਉਣ ਵਾਲਾ ਜਿਹੜਾ ਇਹਨਾਂ ਦੀ ਇਲਾਕੇ ਦੀ ਅਗਵਾਈ ਕਰਨ ਵਾਲਾ ਵਿਅਕਤੀ ਹੈ ਉਹ ਤੈਅ ਕੀਤਾ ਜਾਏਗਾ। ਆਉਣ ਵਾਲੇ ਸਮੇਂ 'ਚ ਈਡੀ ਵੀ ਕਰਦਾ ਜੀ। ਹਾਂ, ਇਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਆਪਣੇ ਮੁਖ ਚੋਂ, ਇਹ ਤੁਸੀਂ ਗੱਲ ਕਹੀ ਹੈ। ਇਹ ਸਭ ਪਨਾਹ ਲੈਣ ਗਏ ਆ ਲੋਕ, ਇਹਨਾਂ ਨੂੰ ਕਿਸੇ ਨਾਲ ਪਿਆਰ ਨਹੀਂ ਹੈ। ਇਹਨਾਂ ਨੇ ਤਾਂ ਆਪਦੇ ਜਿਹੜੇ ਕਾਰੋਬਾਰ ਧੰਦੇ ਚਲਾਏ ਸੀ ਉਹਨਾਂ ਦੀ ਰਾਖੀ ਕਰਾਉਣਾ ਸੀ। ਸਾਡੇ ਨਾਲ ਕੀ ਰੌਲਾ ਪੈ ਗਿਆ? 10 ਦਿਨ ਪਹਿਲਾਂ ਤਾਂ ਸਾਡੇ ਵਾਵਾ ਕਰਦੇ ਸੀ, ਇਮੀਡੀਏਟਲੀ ਇਹ ਇੱਕ ਉਹਨਾਂ ਦੇ ਸਿਰ ਤੇ ਜਿਹੜੀ ਤਲਵਾਰ ਗਰਦਨ ਤੇ ਲਟਕਦੀ ਸੀ ਈਡੀ ਦੀ, ਇਹ ਉਹਨੂੰ ਠੰਡਾ ਕਰਨ ਵਾਸਤੇ ਤੇ ਪਨਾਹ ਲੈਣ ਵਾਸਤੇ ਅੱਜ ਬੀਜੇਪੀ ਕੋਲ ਜਾ ਪਹੁੰਚੇ। ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਇਹੋ ਜਿਹੇ ਲੋਕਾਂ ਨੇ, ਇਹਨਾਂ ਲੋਕਾਂ ਕਰਕੇ ਕੱਲ ਮੈਨੂੰ ਪਹਿਲੀ ਵਾਰੀ ਉਹ ਰਾਘਵ ਚੱਡਾ ਨੇ ਕਿਹਾ, ਕਹਿੰਦਾ ਕਾਂਗਰਸ ਦਾ ਕੂੜਾ ਬੀਜੇਪੀ ਲੈ ਕੇ ਜਾ ਰਹੀ। ਮੈਂ ਹੁਣ ਸਾਡੇ ਨਾਲ ਇਹ ਲੀਡਰ ਰਹੇ, ਇਹਨਾਂ ਨੂੰ ਇਹ ਗੱਲ ਤਾਂ ਨਹੀਂ ਕਹਿਣੀ ਚਾਹੁੰਦਾ, ਪਰ ਰਾਘਵ ਚੱਡਾ ਨੇ ਜੋ ਗੱਲ ਕਹੀ ਹੈ ਉਹ ਸਹੀ ਹੈ। ਤਾਂ ਲੱਗਦਾ ਵੀ ਜਿਹੜਾ ਪਾਰਟੀ ਦੇ ਵਿੱਚ ਜਦੋਂ ਅਰੋੜਾ ਜੀ ਰਹੇ ਆ 200-250 ਕਰੋੜ ਦਾ ਜਿਹੜਾ ਸਕੈਮ ਹੋਇਆ, ਉਦੋਂ ਪਾਰਟੀ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ, ਉਦੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ। ਸੋ ਭਾਈ ਪਾਰਟੀ ਨੇ ਕਲੀਨ ਚਿੱਟ ਦਿੱਤੀ ਤਾਂ ਹਾਲਾਤ ਇਹ ਹੋਏ ਹੈ। ਕਿਹਨੇ ਕਲੀਨ ਚਿੱਟ ਦਿੱਤੀ? ਅਮਰਿੰਦਰ ਸਿੰਘ ਹਰਾ ਨੇ। ਅਮਰਿੰਦਰ ਸਿੰਘ ਹਰਾ ਨੇ ਕਲੀਨ ਚਿੱਟ ਦਿੱਤੀ, ਅਸੀਂ ਨਹੀਂ ਦਿੱਤੀ। ਔਰ ਇਸੇ ਕਰਕੇ ਪਾਰਟੀ ਦੇ ਹਾਲਾਤ ਹੋਏ ਨੇ। ਅਗਰ ਤੁਰੰਤ ਕੱਢ ਕੇ ਬਾਹਰ ਸੁੱਟਿਆ ਜਾਂਦਾ, ਕਾਰਵਾਈ ਕੀਤੀ ਜਾਂਦੀ ਤੇ ਕਿਸੇ ਆਮ ਵਿਅਕਤੀ ਨੂੰ ਹੁਸ਼ਿਆਰਪੁਰ ਦੀ ਟਿਕਟ ਦਿੱਤੀ ਜਾਂਦੀ ਤਾਂ ਨਾ ਸਾਨੂੰ ਆ ਦੇਖਣੇ ਪੈਂਦੇ ਤੇ ਨਾ ਕਾਂਗਰਸ ਪਾਰਟੀ ਨੂੰ। ਕੈਪਟਨ ਸਾਹਿਬ ਦੀ ਫਾਈਲ ਤੇ ਨਾ ਜਾਂਦੇ ਹੋਏ ਇਹ ਕਹਿਣਾ ਚਾਹੁੰਦਾ ਹੈ ਕਿ ਕੈਪਟਨ ਸਾਹਿਬ ਦੀ ਦੇਖ ਰੇਖ ਦੇ ਅੰਦਰ ਅਗਰ ਚੀਫ ਮਿਨਿਸਟਰ ਦੇ ਹੁੰਦਿਆਂ ਕੋਈ ਕਰਪਸ਼ਨ ਕਰਦਾ ਤਾਂ ਉਹਦਾ ਜ਼ਿੰਮੇਦਾਰ ਕੌਣ ਹੈ? ਹੁਸ਼ਿਆਰਪੁਰ ਦੇ ਚੀਫ ਮਿਨਿਸਟਰ ਵੀ ਜ਼ਿੰਮੇਦਾਰ ਹੈ। ਬਿਲਕੁਲ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਨਾਲ। ਹੁਸ਼ਿਆਰਪੁਰ ਦੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਸੀਗੇ ਕ੍ਰਿਸ਼ਨ ਸਿੰਘ ਜੀ, ਉਹਨਾਂ ਨੇ ਹੀ ਇੱਥੇ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਉਜਾਗਰ ਕੀਤਾ ਸੀ ਤੇ ਅੱਜ ਭਾਜਪਾ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ ਕਿ ਇਹਦੇ ਵਿੱਚ ਤੁਹਾਨੂੰ ਲੱਗਦਾ? ਇਹਦਾ ਹੁਣ ਤੀਕਸ਼ਣ ਸੂਦ ਹੀ ਦੱਸਣਗੇ। ਹੁਣ ਆਪਸ ਚ ਭਾਈ ਹੋ ਗਏ ਨੇ, ਹੁਣ ਇਹ ਫੈਸਲਾ ਤੀਕਸ਼ਣ ਸੂਦ ਹੀ ਦੱਸਣਗੇ। ਐਮਸੀ ਬੜੇ ਘੁੱਟਣ ਮਹਿਸੂਸ ਕਰ ਰਹੇ ਸੀਗੇ ਅਰੋੜਾ ਦੀ ਅਗਵਾਈ ਦੇ ਵਿੱਚ, ਕਿਉਂਕਿ ਕੋਈ ਵੀ ਖੁੱਲ ਕੇ ਬੋਲ ਨਹੀਂ ਰਿਹਾ ਸੀ। ਅੱਜ ਇਸੇ ਕਰਕੇ ਮੈਂ ਆਇਆ ਕਿ ਐਮਸੀ ਸਾਹਿਬ ਹੁਣ ਖੁੱਲ ਕੇ ਬੋਲਣ। ਬੀਜੇਪੀ ਕਹਿ ਰਹੀ ਬਹੁਤ ਸਾਰੇ ਹੋਰ ਐਮਐਲਏ ਸੀਗੇ ਕਾਂਗਰਸ ਜਿਹੜੇ ਸ਼ਾਮਲ ਹੋਣਗੇ। ਮੈਂ ਕਹਿ ਰਿਹਾ ਕਿ ਯਾਰ ਜਿਹਨੇ ਜਾਣਾ ਹੈ ਪੂਰੀ ਮਰਜ਼ੀ ਹੈ, ਉਹ ਜਾ ਸਕਦਾ, ਕਿਸੇ ਤੇ ਕੋਈ ਰੋਕ ਤਾਂ ਲਾਈ ਜਾ ਨਹੀਂ ਸਕਦੀ। ਲੇਕਿਨ ਇਹਨੂੰ ਮੈਂ ਓਪਰਚੁਨਿਟੀ ਸਮਝਦਾ ਹੈ, ਸਾਡੇ ਵਾਸਤੇ ਇੱਕ ਮੌਕਾ ਸਮਝਦਾ ਹੈ, ਨਵੇਂ ਲੋਕਾਂ ਵਾਸਤੇ ਮੌਕਾ ਸਮਝਦਾ। ਕੋਈ ਤੁਹਾਡੇ ਮਨ 'ਚ ਕੋਈ ਨਾਮ ਹੋਵੇ? ਅਰੇ ਭਾਈ ਅੱਜ ਮੈਂ ਆਇਆ, ਪਹਿਲੀ ਵਾਰੀ ਨਾਮ ਨਹੀਂ, ਜਿਹਨੂੰ ਜਨਤਾ ਕਹੇਗੀ ਉਹ ਨਾਮ ਬਣਾਇਆ ਜਾਏਗਾ। ਖਬਰ ਲੈਂਦੇ ਕਪੂਰਥਲਾ ਤੋਂ। ਐਕਸਾਈਜ਼ ਵਿਭਾਗ ਵੱਲੋਂ ਬਕਾਇਦਾ ਤੌਰ ਤੇ ਪਾਲਿਸੀ ਨੇ ਇੱਕ ਆਹਟ ਦਿੱਤੀ ਹੈ। ਐਕਸਾਈਜ਼ ਪਾਲਿਸੀ ਨੇ ਕਿਸ ਤਰ੍ਹਾਂ ਦੀ ਆਹਟ ਹੈ ਔਰ ਕਿਸ ਕਾਰੋਬਾਰ ਤੇ ਇਸ ਪਾਲਿਸੀ ਦੀ ਆਹਟ ਦਾ ਅਸਰ ਪੈ ਸਕਦਾ ਹੈ, ਵੇਖੋ ਪੂਰੀ ਖਬਰ। ਰਮਨ ਜੀ, ਆਪਾਂ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਇੱਕ ਲੰਬੇ ਸਮੇਂ ਤੋਂ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਹੋਏ ਹੋ ਤੇ ਪਹਿਲਾਂ ਵੀ ਕਈ ਸਰਕਾਰਾਂ ਆਈਆਂ, ਕਈ ਪਾਲਿਸੀਆਂ ਬਣੀਆਂ, ਪਰ ਜਿਹੜੀ ਆਮ ਪਾਰਟੀ ਵੱਲੋਂ ਐਕਸਾਈਜ਼ ਨੂੰ ਲੈ ਕੇ, ਸ਼ਰਾਬ ਨੂੰ ਲੈ ਕੇ ਇੱਕ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ, ਤੇ ਇਹ ਸਾਰੀ ਪਾਲਿਸੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਔਰ ਧੰਨਵਾਦ ਤੁਹਾਡਾ ਵੀਰਾਂ ਦਾ, ਜਿਹੜੇ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਆ ਕੇ ਔਰ ਸਾਡੀ ਜਿਹੜੀ ਆਵਾਜ਼ ਆ ਉਹ ਸੀਐਮ ਸਾਹਿਬ ਔਰ ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਜੀ ਤੱਕ ਔਰ ਐਕਸਾਈਜ਼ ਦੇ ਵੱਡੇ ਅਫਸਰਾਂ ਤੱਕ ਪਹੁੰਚਾਈ ਜਾਵੇ। ਠੀਕ ਹੈ, ਜਿਹੜੀ ਪਾਲਿਸੀ ਹੈ ਜੀ, ਜਿਹੜੀ ਗੱਲ ਪਾਲਿਸੀ ਦੀ ਕੀਤੀ ਜਾ ਰਹੀ ਆ, ਪਾਲਿਸੀ ਹਰ ਸਾਲ ਆਉਂਦੀ ਆ, ਬਦਲਦੀ ਵੀ ਰਹਿੰਦੀ ਆ, ਪਰ ਇਸ ਵਾਰ ਪਿਛਲੇ ਲਗਾਤਾਰ 3 ਸਾਲ ਤੋਂ ਜੋ ਪਾਲਿਸੀ ਰੀਨਿਊ ਹੋ ਰਹੀ ਸੀ ਕਾਂਗਰਸ ਸਰਕਾਰ 'ਚ, ਚਲੋ ਨਵੀਂ ਸਰਕਾਰ ਆਮ ਆਦਮੀ ਸਰਕਾਰ ਆਈ, ਇਹਨਾਂ ਨੂੰ ਹਜੇ ਟਾਈਮ ਨਹੀਂ ਸੀ, ਇਹਨਾਂ ਨੇ 3 ਮਹੀਨੇ ਸਾਨੂੰ ਹੋਰ ਇੱਦਾਂ ਇਨਕਰੀਜ਼ ਪਾ ਕੇ ਰੀਨਿਊ ਕਰ ਦਿੱਤਾ। ਠੀਕ ਹੈ, ਰੀਨਿਊ ਕੀਤਾ ਜਿਹੜਾ ਸਾਡੇ ਕੋਲ 30 ਜੂਨ ਤੱਕ ਦਾ ਸਮਾਂ ਸੀ, ਇਹ 30 ਜੂਨ ਨੂੰ ਖਤਮ ਹੋ ਕੇ 1 ਜੁਲਾਈ ਤੋਂ ਨਵੀਂ ਪਾਲਿਸੀ ਚੱਲਣੀ ਸੀ। ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਜੀ ਕਿ ਪਾਲਿਸੀ ਤਾਂ ਜਦੋਂ ਆਏਗੀ ਉਦੋਂ ਆਏਗੀ ਜੋ ਪਾਲਿਸੀ ਦਾ
ਰੌਲਾ ਬਾਜ਼ਾਰ 'ਚ ਪਾਇਆ ਗਿਆ, ਮਾਰਕੀਟ 'ਚ ਪਾਇਆ ਗਿਆ, ਪੂਰੇ ਪੰਜਾਬ 'ਚ ਪਾਇਆ ਗਿਆ, ਠੀਕ ਹੈ। ਉਹ ਰੌਲੇ ਨੇ ਇਸ ਟਾਈਮ ਠੇਕੇਦਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਠੇਕੇਦਾਰ ਇੰਨੇ ਕੁ ਡਰੇ ਪਏ ਨੇ ਕਿ ਉਹ ਸੋਚਦੇ ਪਏ ਨੇ, ਕਿਉਂਕਿ ਪਾਲਿਸੀ ਬਾਰੇ ਇਹ ਕਿਹਾ ਜਾ ਰਿਹਾ ਵਾ, ਜੋ ਕਿ ਸੀਐਮ ਸਾਹਿਬ ਵੱਲੋਂ ਜਾਂ ਹੋਰ ਅਫਸਰਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾਂਦੀ ਪਈ ਆ ਕਿ ਅਸੀਂ ਸਰਕਾਰ ਨੂੰ ਪਿਛਲੇ ਸਾਲਾਂ ਨਾਲੋਂ ਐਕਸਾਈਜ਼ ਦਾ ਰੈਵਨਿਊ ਵੀ ਵੱਧ ਦਿਆਂਗੇ ਔਰ ਸ਼ਰਾਬ ਜਿਹੜੀ ਆ ਉਹ ਵੀ ਘੱਟ ਰੇਟ ਦੇ MRP 'ਤੇ ਵਿਕੇਗੀ, ਜੋ ਕਿ ਪੋਸੀਬਲ ਨਹੀਂ ਹੈਗਾ। ਉਸ ਚੀਜ਼ ਨੂੰ ਲੈ ਕੇ ਔਰ ਇਹਨਾਂ ਨੇ ਗਰੁੱਪ ਵੱਡੇ ਕਰਨ ਦੀ ਗੱਲ ਕੀਤੀ। ਜੋ ਗਰੁੱਪ ਹੁਣ ਇਸ ਟਾਈਮ ਚੱਲ ਰਹੇ ਨੇ ਉਹ 5 ਤੋਂ 7 ਕਰੋੜ ਰੁਪਏ ਤੱਕ ਦਾ ਗਰੁੱਪ ਚੱਲ ਰਿਹਾ। ਇਹਨਾਂ ਨੇ ਗਰੁੱਪ ਦੀ ਆਵਾਜ਼ ਦਿੱਤੀ ਆ ਕਿ ਅਸੀਂ ਗਰੁੱਪ ਵੱਡੇ ਕਰਨੇ ਆ 35 ਤੋਂ 40 ਕਰੋੜ ਰੁਪਈਆ, ਮੀਨਸ 5 ਤੋਂ 7 ਕਰੋੜ ਰੁਪਈਏ ਜਿਹੜੇ ਗਰੁੱਪ ਨੂੰ ਕੋਈ ਬੰਦਾ ਚਲਾ ਰਿਹਾ ਵਾ, ਉਹ ਅੱਜ ਇੱਕ ਆਮ ਬੰਦਾ ਵੀ ਉਸ ਗਰੁੱਪ ਨੂੰ ਚਲਾ ਸਕਦਾ ਆ ਔਰ ਆਪਣੀ ਮਿਹਨਤ ਕਰਕੇ ਉਹਦੇ ਤੋਂ ਆਪਣਾ ਵਧੀਆ ਤਰੀਕੇ ਨਾਲ ਦਾਲ ਫੁਲਕਾ ਕੱਢ ਵੀ ਸਕਦਾ ਆ। ਜੇ ਨਹੀਂ ਧਿਆਨ ਦਊਗਾ ਤਾਂ ਲੋਸ ਵੀ ਹੋ ਸਕਦਾ ਹੈ। ਬਟ ਜੇ ਇੱਕ ਗਰੁੱਪ ਨੂੰ ਕੋਈ ਆਮ ਆਦਮੀ 5-4 ਬੰਦੇ ਇਕੱਠੇ ਹੋ ਕੇ ਵੀ ਨਾ ਉਹ ਚਲਾ ਸਕਦੇ ਆ, ਕਿਉਂਕਿ 5 ਤੋਂ 7 ਕਰੋੜ ਦੇ ਗਰੁੱਪ ਚਲਾਉਣ ਵਾਸਤੇ ਸਾਨੂੰ 1.5 ਤੋਂ 2 ਕਰੋੜ ਰੁਪਏ ਦੀ ਲੋੜ ਪੈਂਦੀ ਆ। ਜਿਹੜਾ 35 ਤੋਂ 40 ਕਰੋੜ ਰੁਪਏ ਦਾ ਗਰੁੱਪ ਚਲਾਉਣਾ ਉਹਦੇ ਵਾਸਤੇ ਸਾਨੂੰ ਘੱਟੋ ਘੱਟ 12 ਤੋਂ 14 ਕਰੋੜ ਰੁਪਏ ਦੀ ਲੋੜ ਹੈ ਜੀ। ਤਾਂ ਕਰਕੇ ਨਵੇਂ ਕਾਰੋਬਾਰ 'ਚ ਪਾਉਣਾ ਸੀ, ਪਰ ਜੇ ਸਾਡਾ ਸਟੋਕ ਹੀ ਖਤਮ ਕੀਤਾ ਜਾਏਗਾ, ਠੀਕ ਹੈ, ਸਾਡੇ ਕੋਲ ਪੈਸਾ ਹੀ ਨਹੀਂ ਹੋਏਗਾ ਤੇ ਅਸੀਂ ਸੇਲ ਕਾਹਦੀ ਲਾਵਾਂਗੇ, ਪੈਸਾ ਵੱਟਾਂਗੇ ਕਾਹਦਾ। ਫਿਰ ਲੋਕਾਂ ਨੂੰ ਜਿਹੜਾ ਡਰ ਪੈ ਗਿਆ ਵਾ ਕਿ ਆਉਣ ਵਾਲੇ 1 ਜੁਲਾਈ ਨੂੰ ਪੇਟੀ ਰੋਸਟਰ ਦੀ 2000 ਦੀ, 5000 ਦੀ, 4500 ਦੀ ਪੇਟੀ ਬਲੈਂਡਰ ਦੀ ਵਿਕਣੀ ਹੈ। ਉਹ ਕਹਿ ਰਹੇ ਨੇ ਕਿ ਜਿੱਥੇ ਅਸੀਂ ਪੇਟੀ ਲੈਣੀ ਹੈ ਅਸੀਂ ਬੋਤਲ ਲੈ ਕੇ ਰੱਖ ਲਾਂਗੇ। ਜੇ ਆਪਾਂ ਗੱਲ ਕਰੀਏ ਸਰਕਾਰ ਵੱਲੋਂ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ, ਕੀ ਮਤਲਬ ਕਿ ਕਹਿ ਲਓ ਕਿ ਜਿਹੜੇ ਕਿ ਪੰਜਾਬ ਦੇ ਜਿਹੜੇ ਕਿ ਛੋਟੇ ਬਿਜ਼ਨਸਮੈਨ ਹੈਗੇ ਆ ਸ਼ਰਾਬ ਦੇ ਨਾਲ ਸੰਬੰਧਿਤ, ਉਹਨਾਂ 'ਤੇ ਵੀ ਕੋਈ ਰਾਏ ਰੱਖੀ ਗਈ, ਕੋਈ ਪੱਖ ਲਿੱਤਾ ਗਿਆ? ਨਹੀਂ ਜੀ, ਕੋਈ ਸਾਡੀ ਰਾਏ ਨਹੀਂ ਰੱਖੀ ਗਈ। ਹਮੇਸ਼ਾ ਪਹਿਲਾਂ ਇੱਦਾਂ ਹੁੰਦਾ ਵਾ ਕਿ ਪਹਿਲਾਂ ਪਾਲਿਸੀ ਡਿਕਲੇਅਰ ਕੀਤੀ ਜਾਂਦੀ ਹੈ ਕਿ ਇਸ ਤਰੀਕੇ ਨਾਲ ਪਾਲਿਸੀ ਨੂੰ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਆ ਔਰ ਇਸ ਤਰੀਕ ਤੱਕ ਲੋਟਰੀ ਪਏਗੀ ਜਾਂ ਰੀਨਿਊ ਹੋਏਗੀ, ਉਹਦੇ ਫੀਸਾਂ ਜਾਣ ਲੈ ਜਾਣਗੀਆਂ। ਉਸ ਤੋਂ ਬਾਅਦ ਸਾਨੂੰ ਠੇਕੇਦਾਰਾਂ ਨੂੰ ਅਫਸਰ ਬਣਾਉਂਦੇ ਆਪਣੇ ਕੋਲ, ETO ਸਾਹਿਬ, AT ਸਾਹਿਬ ਜਾਂ ਹਲਕਾ ਇੰਸਪੈਕਟਰ, ਉਹ ਬੁਲਾਉਂਦੇ ਆ ਔਰ ਉਹ ਬੁਲਾ ਕੇ ਸਾਡੇ ਤੋਂ ਸਾਡੀ ਰਾਏ ਮਸ਼ਵਰਾ ਲੈਂਦੇ ਆ, ਫਿਰ ਗਰੁੱਪਾਂ ਨੂੰ ਤਿਆਰ ਕੀਤਾ ਜਾਂਦਾ ਆ। ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਸਰਕਾਰ ਤੋਂ ਮਤਲਬ ਕਿ ਕੀ ਮੰਗ ਕਰਦੇ ਕਿ ਜਿਹੜੀ ਪਾਲਿਸੀ ਨੂੰ ਲੈ ਕੇ ਕੋਈ ਬਦਲਾਅ ਹੋਣਾ ਚਾਹੀਦਾ? ਦੇਖੋ, ਸਰਕਾਰ ਤੋਂ ਮੰਗ ਇਹੀ ਕਰਦੇ ਪਏ ਜੀ। ਉਹ ਸਰਕਾਰ ਤੋਂ ਇਹੀ ਚਾਹੁੰਦੇ ਕਿ ਜਦੋਂ ਸਰਕਾਰ ਆਈ ਸੀ, ਸਰਕਾਰ ਨੇ ਵਾਅਦੇ ਕੀਤੇ ਸੀ ਕਿ ਮੈਂ ਹਰ ਇੱਕ ਨੂੰ ਰੁਜ਼ਗਾਰ ਦਿਆਂਗਾ, ਘਰ ਘਰ ਰੁਜ਼ਗਾਰ ਦਊਂਗਾ ਔਰ ਚੀਜ਼ਾਂ ਨੂੰ ਸਸਤਾ ਕਰੂੰਗਾ, ਚਾਹੇ ਉਹ ਡੀਜ਼ਲ, ਚਾਹੇ ਉਹ ਪੈਟਰੋਲ, ਚਾਹੇ ਉਹ ਸ਼ਰਾਬ ਹੈ। ਅਸੀਂ ਕਹਿੰਦੇ ਸ਼ਰਾਬ ਸਸਤੀ ਕਰ ਦੇਣ, ਪਰ ਸ਼ਰਾਬ ਸਸਤੀ ਠੇਕੇਦਾਰ ਦਾ ਗਲਾ ਘੁੱਟ ਕੇ ਨਾ ਕਰਨ, ਆਪਦੇ ਰੈਵਨਿਊ ਘਟਾਉਣ। ਫਿਰ ਇਹ ਰੈਵਨਿਊ ਦੇਖੋ ਖੋਸਲਾ ਜੀ, ਤੁਸੀਂ ਦੇਖੋ ਇੱਕ ਮੋਬਾਈਲ ਹੈ, ਮੋਬਾਈਲ ਹੈ, ਮੈਂ 1 ਲੱਖ ਰੁਪਏ ਦਾ ਮੋਬਾਈਲ ਇਹ ਅੱਜ ਮੈਨੂੰ ਮਿਲ ਰਿਹਾ ਬਾਜ਼ਾਰ 'ਚ, ਠੀਕ ਹੈ। ਉਸ ਬੰਦੇ ਨੂੰ ਇਹ 90,000 ਦਾ ਜਾਂ 95,000 ਦਾ ਪਿਆ, ਉਹਨੇ ਕੋਈ 2, 4, 5 ਹਜ਼ਾਰ ਰੁਪਏ ਕਮਾਇਆ ਹੋਏਗਾ, ਠੀਕ ਹੈ ਜੀ। ਹੁਣ ਮੋਬਾਈਲ ਨੂੰ ਜੇ ਦੁਕਾਨਦਾਰ ਨੂੰ ਹੀ 1.5 ਲੱਖ ਰੁਪਏ ਦਾ ਪਏਗਾ, ਉਹ ਮੈਨੂੰ ਲੱਖ ਰੁਪਏ ਦਾ ਕਿੱਦਾਂ ਦੇ ਦੇਗਾ ਜੀ। ਜੇ ਸ਼ਰਾਬ 'ਤੇ ਇਨਕਰੀਜ਼ ਪੈ ਜਾਏਗੀ 7,000 ਦੇ ਕੋਟੇ ਨੂੰ ਇਹ 10,000 ਰੈਵਨਿਊ 'ਚ ਲਿਜਾਣਾ ਚਾਹੁੰਦੇ ਆ, 10,000 ਕਰੋੜ 'ਚ 3,000 ਕਰੋੜ ਰੁਪਈਆ ਜਦੋਂ ਸ਼ਰਾਬ ਦੇ ਰੈਵਨਿਊ 'ਤੇ ਹੋਰ ਪਏਗਾ। ਸ਼ਰਾਬ ਸਸਤੀ ਹੋਏਗੀ ਕਿ ਮਹਿੰਗੀ ਹੋਏਗੀ? ਔਰ ਜੇ ਸਸਤੀ ਕਰਾਂਗੇ, ਠੀਕ ਹੈ, ਮਹੀਨਾ ਜਾਂ 2 ਮਹੀਨੇ ਹੀ ਕੋਈ ਵੀ ਠੇਕੇਦਾਰ ਸਰਵਾਈਵ ਕਰੇਗਾ। ਉਸ ਤੋਂ ਬਾਅਦ ਜਿਹੜਾ ਠੇਕੇਦਾਰ ਭੱਜੇਗਾ ਜਾਂ ਸੁਸਾਈਡ ਕਰੇਗਾ, ਜਿੱਦਾਂ ਦਿੱਲੀ 'ਚ ਹੋਇਆ ਵਾ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਬੱਚੇ ਦੇ ਗੁੰਮ ਹੋਣ ਤੋਂ ਬਾਅਦ ਮਾਤਾ ਪਿਤਾ ਨੇ ਔਰ ਮੈਂਬਰਾਂ ਨੇ ਬਕਾਇਦਾ ਤੌਰ ਤੇ ਧਰਨੇ ਦਾ ਮੁਜ਼ਾਹਰਾ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਨੂੰ ਗੁੰਮ ਹੋਇਆਂ ਨੂੰ ਇੰਨੇ ਦਿਨ ਹੋ ਚੁੱਕੇ ਨੇ, ਕੀ ਕਾਰਨ ਹੈ ਕਿ ਅਜੇ ਤੱਕ ਉਸ ਦੀ ਤਲਾਸ਼ ਨਹੀਂ ਹੋਈ। ਵੇਖੋ ਖਬਰ। ਉਹਨਾਂ ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਪਤਾ ਨਹੀਂ ਕੀ ਗੱਲ ਆ, ਕਿਹੜਾ ਇਹਨਾਂ ਤੇ ਕੋਈ ਪ੍ਰੈਸ਼ਰ ਆ, ਮਾਨਸਿਕ ਦਬਾਅ ਆ ਪੁਲਿਸ ਦੇ ਉੱਤੇ, ਜਿਹੜੇ ਕੋਈ ਕਾਰਵਾਈ ਨਹੀਂ ਕਰ ਰਹੀ। ਅਸੀਂ ਸਾਰਾ ਕੰਮ ਕਰਕੇ ਦਿੱਤਾ, ਸਾਡਾ ਬੋਲਦਾ ਸੁਣਦਾ ਨਹੀਂ ਹੈਗਾ, ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ। ਉੱਪਰੋਂ ਗਲਤ ਲੱਛਣ ਲਗਾ ਰਹੇ। ਤਾਂ ਚਿੱਟਾ ਪੀਂਦਾ ਸੀ ਜੀ, ਤੇ ਸਵੇਰ ਨੂੰ ਆਪਣੇ 9 ਵਜੇ ਕੰਮ ਤੇ ਆਉਂਦਾ, 11-12 ਵਜੇ ਇਹਨੂੰ ਸੁਣਵਾਈ ਨਹੀਂ ਹੋ ਰਹੀ। ਸਾਨੂੰ ਨਾਮ ਦੇ ਉੱਤੇ, ਦਿਲਾਸੇ ਦੇ ਉੱਤੇ ਇਹੀ ਕਿਹਾ ਜਾਂਦਾ ਆ
ਸਵੇਰੇ ਆ ਜਾਓ, ਸ਼ਾਮ ਨੂੰ ਆ ਜਾਓ, ਦੁਪਹਿਰ ਨੂੰ ਆ ਜਾਓ, ਕੋਈ ਵੀ ਕਾਰਵਾਈ ਨਹੀਂ ਹੁੰਦੀ। ਸਾਡੇ ਸਮਾਜ ਨੂੰ ਪੁੱਛ ਕੇ ਰਾਜੀ ਹੈ, ਸਾਨੂੰ ਵੋਟਾਂ ਦੇ ਵਾਸਤੇ ਇਸਤੇਮਾਲ ਕਰਦੇ ਆ। ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ। ਇਹਨਾਂ ਨੇ ਬੱਚੇ ਸਾਡੇ ਤੇ ਚਿੱਟੇ ਦਾ ਇਲਜ਼ਾਮ। ਕੀ ਮਾਮਲਾ ਸੀ? ਥਾਣੇ ਬਾਹਰ ਬੈਠੇ ਹੋ, ਕੀ ਗੱਲ? ਇਹ ਸਾਡਾ ਨਾ ਬੱਚਾ 25 ਤਰੀਕ ਦਾ ਚੌਥੇ ਮਹੀਨੇ ਦਾ ਲਾਪਤਾ ਆ। ਇਹਨੂੰ 4 ਬੰਦੇ ਕਿਡਨੈਪ ਕਰਕੇ ਲੈ ਕੇ ਗਏ। 4 ਤੋਂ 5 ਵੀ 6 ਵੀ ਹੋ ਸਕਦੇ ਨੇ। ਅਸੀਂ ਟੀਵੀ ਪ੍ਰੋਜੈਕਟ ਦੇ ਹਿਸਾਬ ਦੇ ਉੱਤੇ ਪਾਇਆ ਗਿਆ ਰੇਲਵੇ ਸਟੇਸ਼ਨ ਦੇ ਤੇ ਜੇਪੀਆ ਜਿਹੜੇ ਪੁਲਿਸ ਲਾਈਨ ਦੇ ਥਾਣੇ ਦੇ ਵਿੱਚ ਪਾਇਆ ਗਿਆ। ਉਹਦੇ ਆਧਾਰ ਤੇ ਸਾਨੂੰ ਇਹ ਸ਼ੱਕ ਪੈ ਗਈ ਪੂਰੀ ਕਿ ਕਿਡਨੈਪ ਕੀਤਾ ਗਿਆ ਬੱਚਾ। ਕਿਡਨੈਪਿੰਗ ਦੇ ਵਿੱਚ ਅਸੀਂ ਇੱਥੇ ਆ ਕੇ ਦੱਸਿਆ, ਸਾਰੇ ਸਬੂਤ ਪੇਸ਼ ਕੀਤੇ, ਲੇਕਿਨ ਉਹ ਸਬੂਤਾਂ ਦੇ ਆਧਾਰ ਤੇ ਦੋਸ਼ੀ ਨੂੰ ਕੁਝ ਵੀ ਨਹੀਂ ਸਜ਼ਾ ਮਿਲਦੀ ਹੈਗੀ। ਇਹ 25/4 ਤੋਂ ਜੀ। 25 ਕੋਈ ਕਾਰਵਾਈ ਨਹੀਂ। ਬਸ ਅਸੀਂ ਆਨੇ ਆ ਜਾਂਦੇ ਆ, ਸਾਨੂੰ ਕਹਿੰਦੇ ਆ ਜਦੋਂ ਤੁਸੀਂ ਉੱਧਰ ਜਾਓ, ਹਜੂਰ ਸਾਹਿਬ ਜਾਓ, ਅੰਮ੍ਰਿਤਸਰ ਜਾਓ, ਫਲਾਨੀ ਜਗ੍ਹਾ। ਅਸੀਂ ਘੁੰਮ ਘੁੰਮ ਕੇ ਪਰੇਸ਼ਾਨ ਹੋ ਗਏ ਆ। ਕੋਈ ਨਹੀਂ ਸੁਣਵਾਈ ਕਰਦੀ ਹੈਗੀ ਸਾਡੀ। ਬੱਚਾ ਤੁਹਾਡਾ ਬੋਲਦਾ ਵੀ ਨਹੀਂ ਹੈਗਾ? ਸੁਣਦਾ ਵੀ ਨਹੀਂ ਹੈਗਾ। 2 ਹੀ ਮੇਰੇ ਮੁੰਡੇ ਬੋਲਦੇ ਸੁਣਦੇ ਨਹੀਂ ਹੈਗੇ ਤੇ ਇਹਨਾਂ ਨੇ ਸ਼ਾਇਦ ਇਹੀ ਸਮਝਿਆ ਜਾਨਵਰ ਆ, ਜਾਨਵਰ ਨੂੰ ਇੱਦਾਂ ਹੀ ਰਹਿਣ ਦਿਓ। ਸਾਡੇ ਕੋਲ ਸਾਰੇ ਪ੍ਰੂਫ ਆ, ਵੀਡੀਓ ਫੁਟੇਜ ਹੈਗੇ ਆ। ਦੋਸ਼ੀ ਦੇ ਖਿਲਾਫ ਫੋਟੋਆਂ ਵੀ ਬਰਕਰਾਰ ਆ ਸਾਡੇ ਕੋਲ। ਹਾਂਜੀ, ਅਸੀਂ ਆਪ ਕਢਾਈਆਂ। ਕੋਈ ਨੱਠ ਭਜਾਈ ਨਹੀਂ ਕੀਤੀ, ਅਸੀਂ ਆਪ ਹੀ ਨੱਠ ਭਜਾਈ ਕੀਤੀ। ਜੇ ਅਸੀਂ ਨੱਠ ਭਜਾਈ ਨਾ ਕਰਦੇ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਹੋਣਾ। ਹਾਂਜੀ, ਕੋਈ ਸਬੂਤ ਨਹੀਂ ਸੀ ਹੋਣਾ। ਅਸੀਂ ਮੰਗ ਕਰਦੇ ਸਾਡਾ ਬੱਚਾ ਸਾਨੂੰ ਸਪੁਰਦ ਕੀਤਾ ਜਾਵੇ, ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਾਡੇ ਗੁਰੂ ਮਹਾਰਾਜ ਰਵਿਦਾਸ ਮਹਾਰਾਜ ਦੀ ਜਯੰਤੀ ਸੀ, ਉਸ ਦੇ ਵਿੱਚ ਲੜਕਾ ਨਾ ਜੋ ਸੀ ਸਰਫਰਾਸ਼ ਆ, ਉਹ ਬੂਟ ਪਾ ਕੇ ਲੰਘਣ ਲੱਗਿਆ ਸੀ। ਉਸ ਵਿੱਚ ਸੇਵਾਦਾਰਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਉਹਨੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਸੇਵਾਦਾਰਾਂ ਨੇ ਫਿਰ ਵੀ ਸਮਝਾ ਬੁਝਾ ਕੇ ਅੱਗੇ ਪਿੱਛੇ ਕੀਤਾ, ਲੇਕਿਨ ਨਾ ਉਹਦੇ ਵਿੱਚ ਉਹ ਹਟਿਆ ਨਹੀਂ ਦੋਸ਼ੀ। ਉਹਦੇ ਵਿੱਚ ਫਿਰ ਮੇਰਾ ਲੜਕਾ ਸੀ, ਉਹ ਵੀ ਥੋੜਾ ਜਿਹਾ ਗੁੱਸੇ 'ਚ ਮਾੜਾ ਜਿਹਾ ਆ ਕੇ ਉਹਨੇ ਇੱਕ ਦੂਸਰੇ ਨਾਲ ਮਾੜੀ ਗੁੱਥਮ ਗੁੱਥੀ ਹੋਈ, ਲੇਕਿਨ ਮੇਰਾ ਬੱਚਾ ਭੁੱਲ ਗਿਆ। ਲੇਕਿਨ ਉਹਨੇ ਆਪਣੇ ਮਨ ਦੇ ਵਿੱਚ ਖੁੰਦਕ ਰੱਖੀ। ਜਿਹੜੀ ਸੀਸੀਟੀਵੀ ਹੈਗੀ ਉਹਦੇ 'ਚ ਹੋਰ ਬੰਦੇ ਵੀ? ਹਾਂਜੀ, ਉਹਦੇ ਵਿੱਚ ਹੋਰ 5 ਬੰਦੇ 4 ਬੰਦੇ ਹੋਰ ਆ ਰਹੇ ਆ। ਫਿਰ ਸਾਡਾ ਸ਼ੱਕ ਆ ਕਿ ਉਹ ਟ੍ਰੇਨ ਦੇ ਵਿੱਚ ਵੀ ਬੈਠੇ ਹੋਣਗੇ, ਜਿਹੜਾ ਨੇ ਉਹਨਾਂ ਨੂੰ ਇੱਕ ਰੇਲਵੇ ਦਾ ਇੱਧਰਲੇ ਪਾਸੇ ਕੈਮਰਾ ਚੱਲਦਾ ਆ, ਉਧਰ ਉਹਨੂੰ ਉਤਰ ਨਹੀਂ ਦਿੱਤਾ, ਜਿੱਧਰ ਨਹੀਂ ਚੱਲਦਾ ਉਧਰ ਉਤਾਰਿਆ। ਹੁਣ ਕੀ ਮੰਗ ਕਰਦੇ ਹੋ ਪੁਲਿਸ ਕੋਲੋਂ? ਅਸੀਂ ਪੁਲਿਸ ਤੋਂ ਇਹੀ ਮੰਗ ਕਰਦੇ ਆ ਕਿ ਵਧੀਆ ਤੋਂ ਵਧੀਆ ਜਾਂਚ, ਸਾਡਾ ਪੁੱਤਰ ਸਾਨੂੰ ਸਪੁੱਤਰ ਕੀਤਾ ਜਾਵੇ। ਇਹਨਾਂ ਨੇ ਨਾ ਸਾਨੂੰ ਗੁੰਮਰਾਹੀ ਕੀਤਾ ਆ, ਗੁੰਮਰਾਹੀ ਕੀਤਾ, ਹੋਰ ਕੁਝ ਨਹੀਂ ਕੀਤਾ। ਧਰਨਾ ਲਾਵਾਂਗੇ, ਅਸੀਂ ਇੱਥੇ ਬੈਠੇ ਰਵਾਂਗੇ ਜਦ ਤੱਕ ਦੋਸ਼ੀਆਂ ਨੂੰ ਫੜ ਕੇ ਨਹੀਂ ਲਿਆਂਦੇ ਹੈਗੇ। ਰਾਣੀ। ਕੀ ਬੇਟੇ ਦਾ ਕੀ ਨਾਮ ਹੈ? ਅਵਨਾਸ਼। ਕੀ ਹੋਇਆ, ਕਿੰਨੀ ਦੇਰ ਤੋਂ ਗਾਇਬ ਆ ਉਹ? 25 ਤਰੀਕ ਤੋਂ ਗਾਇਬ ਆ, ਪਿਛਲੇ ਮਹੀਨੇ ਦੀ। ਪੁਲਿਸ ਕਿਹੋ ਜੀ ਕਾਰਵਾਈ? ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੈਗੀ। ਆਂਦੇ ਆਉਦੇ ਨਾ ਮੁੜ ਜਾਂਦੇ ਆ, ਪੁੱਛ ਕੇ ਆਂਦੇ ਆ, ਦੱਸਦੇ ਨਹੀਂ ਹੈਗੇ ਕੁਝ ਵੀ। ਅੱਜ ਕਰਾਂਗੇ, ਕੱਲ ਕਰਾਂਗੇ, ਅੱਜ ਕਰਾਂਗੇ, ਕੱਲ ਕਰਾਂਗੇ, ਕੋਈ ਸੁਣਾਈ ਨਹੀਂ ਸਾਡੀ ਹੈਗੀ। ਕਿਹੜਾ ਥਾਣਾ ਪੈਂਦਾ ਜੀ? 4 ਨੰਬਰ। 4 ਨੰਬਰ। ਹਾਂਜੀ। ਕੋਈ ਮੁੰਡੇ ਨੂੰ ਲੈ ਕੇ ਜਾਂਦੇ ਸੀ, ਕੋਈ ਵੀਡੀਓ? ਹਾਂਜੀ ਹਾਂਜੀ ਹੈਗੀ ਆ। ਅੱਛਾ ਜੀ। ਇਸ਼ਾਰਾ ਕਰਕੇ ਲਗਾਏ ਆ ਉਹਨੂੰ, ਇੱਥੋਂ ਦੁਕਾਨ ਚੋਂ ਲੈ ਕੇ ਗਏ ਆ। ਠੀਕ ਆ। ਕੀ ਮੰਗ ਕਰਦੇ ਹੁਣ ਪੁਲਿਸ ਤੋਂ? ਪੁਲਿਸ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਬੱਚਾ ਸਾਨੂੰ ਮਿਲਣਾ ਚਾਹੀਦਾ ਆ। ਇਹ ਚਰਨਜੀਤ ਸਿੰਘ ਦੇ ਬਿਆਨ ਦੇ ਉੱਪਰ ਇੱਕ FIR ਦਰਜ ਕੀਤੀ ਹੈ। ਇਹਨਾਂ ਦਾ ਲੜਕਾ ਹੈ ਜਿਹੜਾ ਸੁਣ ਨਹੀਂ ਸਕਦਾ ਤੇ ਬੋਲ ਨਹੀਂ ਸਕਦਾ, ਉਹ ਪਿਛਲੇ 1 ਮਹੀਨੇ ਤੋਂ ਲਾਪਤਾ ਸੀ। ਇਹਨਾਂ ਨੂੰ ਕਿਸੇ ਦੇ ਉੱਪਰ ਪਹਿਲਾਂ ਕੋਈ ਸ਼ੱਕ ਸ਼ੁਬਾ ਨਹੀਂ ਸੀ। ਅਨਨੋਨ ਬੰਦੇ ਦੇ ਖਿਲਾਫ FIR ਨੰਬਰ 52 ਦਰਜ ਕਰਕੇ 346 IPC ਦੇ ਵਿੱਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਦੌਰਾਨੇ ਤਫਤੀਸ਼ ਅਸੀਂ ਸ਼ੱਕੀ ਥਾਵਾਂ ਦੇ ਉੱਪਰ ਜਾ ਕੇ ਚੈਕਿੰਗ ਕੀਤੀ ਗਈ, ਜਿੱਥੇ ਜਿੱਥੇ ਇਹਨਾਂ ਦਾ ਲੜਕਾ ਜਾਣਾ ਪਾਇਆ ਗਿਆ। CCTV ਫੁਟੇਜ ਚੈੱਕ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ ਇਹ ਜਿਨ੍ਹਾਂ ਵਿਅਕਤੀਆਂ ਦੇ ਸ਼ੱਕ ਜ਼ਾਹਰ ਕਰ ਰਹੇ ਹੈਗੇ ਉਹਨਾਂ ਨੂੰ ਅਸੀਂ ਸ਼ਾਮਲ ਤਫਤੀਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹੈਗੇ ਆ। ਫਿਲਹਾਲ ਕਿਸੇ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਹੈ ਜਿੱਥੋਂ ਕੋਈ ਗੱਲ। ਕੱਲਾ ਜੀ ਉਹ ਜਿਹੜਾ CCTV ਫੁਟੇਜ ਅਸੀਂ ਚੈੱਕ ਕੀਤੀ ਹੈ ਉਹਦੇ ਵਿੱਚ ਕੱਲਾ ਜਿਹੜੀ ਦੁਕਾਨ ਤੇ ਉਹ ਸੈਲੂਨ ਤੇ ਕੰਮ ਕਰਦਾ ਸੀ ਉੱਥੋਂ ਬਾਹਰ ਨਿਕਲਦਾ ਹੈ, ਕੱਲਾ ਹੈ, ਉਹਦੇ ਨਾਲ ਕੋਈ ਨਹੀਂ ਹੈ। ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ CCTV ਫੁਟੇਜ ਹੈ ਉਹਦੇ ਵਿੱਚ ਵੀ ਅਸੀਂ ਵੈਰੀਫਾਈ ਕੀਤਾ ਹੈ, ਮੌਕੇ ਤੇ ਜਾ ਕੇ ਸਟੇਸ਼ਨ ਦੀ ਫੁਟੇਜ ਵੀ ਉੱਥੇ ਆਸੇ-ਪਾਸੇ ਤੋਂ ਵੀ ਪੁੱਛਗਿੱਛ ਕੀਤੀ ਹੈ, ਪਰ ਹਲੇ ਕੋਈ ਇਦਾਂ ਦੀ ਐਵੀਡੈਂਸ ਨਹੀਂ ਆਈ ਹੈ ਜਿੱਥੋਂ ਇਹ ਪਤਾ ਲੱਗ ਸਕੇ ਕਿ ਲੜਕਾ ਇੱਥੋਂ ਕਿਸੇ ਕੋਈ ਲੈ ਕੇ ਗਿਆ। ਖਬਰ ਲੈਂਦੇ ਆ ਲੁਧਿਆਣੇ ਤੋਂ। ਪੁਲਿਸ ਨੇ 3 ਲੋਕਾਂ ਨੂੰ ਕਾਬੂ ਕੀਤਾ ਹੈ ਔਰ ਜਿਨ੍ਹਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਸਮਾਨ ਬਰਾਮਦ ਕੀਤਾ ਹੈ। ਕਿਸ ਤਰ੍ਹਾਂ ਦਾ ਸਮਾਨ ਹੈ ਵੇਖੋ ਪੂਰੀ ਖਬਰ।
ਦਿਖਾਓ ਡੱਬਾ ਦਿਖਾ ਦਿਓ ਕਈ ਕਹਿੰਦਾ ਤੁਸੀਂ ਵੀ ਨਾਲ ਕਰ ਦਿਓ ਇੱਕ ਮਿੰਟ ਖੜੇ ਇੱਕ ਮਿੰਟ ਫੋਟੋ ਕਰ ਲਈਏ ਲੈ ਜਾਓ ਜੀ ਹੁਣ ਤੁਸੀਂ ਤਾਂ ਸਾਈਡ ਤੋਂ ਹੋ ਜਾਓ ਜੀ ਮੈਂ ਤਾਂ ਪਿੱਛੇ ਹੋਊਂਗਾ ਤੇ ਮੋਰੋ ਕਿਉਂ ਹੁਣ ਲੈਟ ਨਹੀਂ ਪੈਣ ਲੱਗੀ ਔਰ ਇੰਟਰਸੈਪਟ ਕਰਨ ਦੇ ਬਾਅਦ ਜਦੋਂ ਉਹਨਾਂ ਦੀ ਪੁੱਛਤਾਛ ਅਤੇ ਸਰਚ ਕੀਤੀ ਗਈ ਇਨ ਡਿਊ ਕੋਰਸ ਤੇ ਉਹਨਾਂ ਤੋਂ 3 ਨਜਾਇਜ਼ ਹਥਿਆਰ ਜਿਹੜੇ ਉਹ ਮਿਲੇ ਹੈ। ਇਹਨਾਂ ਵਿੱਚੋਂ ਇੱਕ ਡਬਲ ਬੈਰਲ ਤਮੰਚਾ 315 ਬੋਰ ਦਾ, ਇੱਕ ਸਿੰਗਲ ਬੈਰਲ ਤਮੰਚਾ ਜਿਹੜਾ 315 ਬੋਰ ਦਾ ਔਰ ਇੱਕ ਸੈਮੀ ਆਟੋਮੈਟਿਕ 32 ਬੋਰ ਦੀ ਪਿਸਟਲ ਮਿਲੀ ਹੈ। ਕੁੱਲ ਮਿਲਾ ਕਰਕੇ 45 ਗੋਲੀਆਂ ਜਿਹੜੀਆਂ ਇਹਨਾਂ ਸਾਰਿਆਂ ਤੋਂ 315 ਬੋਰ ਦੀ ਤੇ 2 ਜਿਹੜੀਆਂ 32 ਬੋਰ ਦੀ ਮਿਲੀ ਹੈ। ਜਿਹੜਾ ਇੱਕ तरीके से एक बहुत बड़ा ਜਿਹੜਾ ਇਹਨਾਂ ਵੱਲੋਂ ਵੈਪਨ ਇਕੱਠੇ ਕਰਕੇ ਕੋਈ ਨਾ ਕੋਈ ਵਿਉਂਤਬੰਦੀ ਕੀਤੀ ਜਾ ਰਹੀ ਸੀ ਸ਼ਹਿਰ ਵਿੱਚ ਕੁਝ ਨਾ ਕੁਝ ਜਿਹੜੀ ਵਾਰਦਾਤਾਂ ਕਰਨ ਦੀ, ਉਹ ਚੀਜ਼ ਨੂੰ ਅਸੀਂ ਜਿਹੜਾ ਹੈ ਰੋਕਣ ਵਿੱਚ ਕਾਮਯਾਬ ਹੋਏ ਹਾਂ। ਇਹਨਾਂ ਬੰਦਿਆਂ ਤੋਂ 25 ਗ੍ਰਾਮ ਦੇ ਕਰੀਬ ਹੈਰੋਇਨ ਵੀ ਬਰਾਮਦ ਹੋਈ ਹੈ ਔਰ ਜਿਹੜੇ 3 ਸ਼ਖਸ ਹੈ ਇਹਨਾਂ ਵਿੱਚੋਂ ਬੌਬੀ ਸਿੰਘ, ਇੱਕ ਦੀਪਕ ਤੇ ਇੱਕ ਤੀਜਾ ਬੰਦਾ ਜਿਹੜਾ ਅਨਮੋਲ ਠਾਕੁਰ, ਇਹ 3 ਬੰਦੇ ਜਿਹੜੇ ਨੇ ਅਸੀਂ ਟੋਟਲ ਇਹਨਾਂ ਵਿੱਚੋਂ ਅਰੈਸਟ ਕੀਤੇ। ਜਿਹੜੇ ਵਿੱਚ ਬੌਬੀ ਸਿੰਘ ਜੋ ਹੈ ਉਹਦੇ ਵਿੱਚ ਪਹਿਲੇ ਵੀ ਇੱਕ ਡਿਵੀਜ਼ਨ ਨੰਬਰ 3 ਵਿੱਚ NDPS ਐਕਟ ਦਾ ਕੇਸ ਹੈ। ਬਾਕੀ 2 ਦੇ ਬਾਰੇ ਹਾਲੇ ਅਸੀਂ ਪੁੱਛਤਾਛ ਕਰ ਰਹੇ ਨੇ ਤੇ ਉਮੀਦ ਹੈ ਕਿ ਜਲਦ ਤੋਂ ਜਲਦ ਇਹਨਾਂ 'ਤੇ ਹੋਰ ਖੁਲਾਸੇ ਹੋਣਗੇ। ਅਸੀਂ ਇਹ ਵਰਕ ਕਰਦੇ ਪਏ ਹਾਂ ਕਿ ਇਹ ਵੈਪਨ ਜਿਹੜੇ ਨੇ ਇਹਨਾਂ ਨੂੰ ਕਿੱਥੋਂ ਮਿਲ ਰਹੇ ਸੀ ਔਰ ਕਿਸ ਤਰੀਕੇ ਸੇ ਇੰਨੇ ਭਾਰੀ ਮਾਤਰਾ ਵਿੱਚ ਜਿਹੜਾ ਗੋਲੀ ਸਿੱਕਾ ਇਹਨਾਂ ਵੱਲੋਂ ਖਰੀਦਿਆ ਗਿਆ ਤੇ ਕਿੱਥੇ ਇਹਨਾਂ ਨੇ ਇਸ ਨੂੰ ਵਰਤਣਾ ਸੀ, ਇਸਤੇਮਾਲ ਕਰਨਾ ਸੀ ਤੇ ਇਹ ਕਿਸੇ ਗੈਂਗ ਦਾ ਹਿੱਸਾ ਹੈ ਨਹੀਂ ਹੈ। ਤੇ ਇਹ ਟੋਟਲ ਜਿਹੜਾ ਹੈ ਕਾਰਵਾਈ ਜਿਹੜੀ ਹੈ ਅੱਜ ਸਪੈਸੀਫਿਕ ਇਨਫੋਰਮੇਸ਼ਨ ਡਿਵੈਲਪ ਕਰਕੇ ਡਿਵੀਜ਼ਨ ਨੰਬਰ 6 ਦੀ ਪੁਲਿਸ ਵੱਲੋਂ ਜੋ ਅੰਜਾਮ ਦਿੱਤੀ ਗਈ ਹੈ, ਇਹ ਮੈਂ ਮੰਨਦਾ ਹੈ ਕਿ ਇੱਕ ਵੱਡਾ ਸਟੈਪ ਹੈ ਸਾਡੇ ਵੱਲੋਂ ਜੋ ਨਜਾਇਜ਼ ਹਥਿਆਰ ਪ੍ਰੋਲੀਫਰੇਟ ਹੋ ਰਹੇ ਹਨ ਪੰਜਾਬ ਦੇ ਵਿੱਚ ਔਰ ਖਾਸ ਤੌਰ ਸੇ ਲੁਧਿਆਣਾ ਵਿੱਚ ਉਹਨੂੰ ਰੋਕਣ ਦੇ ਲਈ। ਔਰ ਅਸੀਂ ਉਮੀਦ ਕਰਦੇ ਹਾਂ ਇਸ ਕੜੀ ਵਿੱਚ ਅੱਗੇ ਕੰਮ ਕਰਦੇ ਹੋਏ ਜੋ ਲੀਡਸ ਮਿਲਣਗੀ ਅਸੀਂ ਜੋ ਡੈਫੀਨੇਟਲੀ ਉਹਨਾਂ 'ਤੇ ਜਿਹੜਾ ਕੁਛ ਨਾ ਕੁਛ ਹੋਰ ਇਹਨਾਂ ਦੇ ਜਿਹੜੇ ਸੋਰਸਿਸ ਹੈ ਉਹਨਾਂ ਤੋਂ ਵਰਕ ਕਰਕੇ ਔਰ ਇਸ ਤਰੀਕੇ ਦੇ ਜੋ ਨੈਟਵਰਕ ਹੈ ਉਹਨੂੰ ਤੋੜਨ ਵਿੱਚ ਕਾਮਯਾਬ ਹੋਣਗੇ। ਸਰ ਇਹ ਜਿਹੜਾ ਚਿੱਟਾ ਲੈ ਕੇ ਜਿਹੜਾ ਸਵੇਰੇ ਲੈ ਕੇ 25 ਗ੍ਰਾਮ ਤੋਂ ਮਿਲਿਆ ਵਾ, ਇਹ ਕਿੱਥੇ ਦੇਣਾ ਸੀ ਇਹਨਾਂ ਨੇ? ਕਿਉਂਕਿ ਅੱਗੇ ਵੀ ਬੰਦੇ ਰਾਮ ਜੀ ਜਿਹੜੇ ਇਸ ਬਾਰੇ ਹਾਲੇ ਪੁੱਛਤਾਛ ਹੋ ਰਹੀ ਹੈ ਪਰ ਬੌਬੀ ਸਿੰਘ ਦੇ ਉੱਤੇ ਪਹਿਲੇ ਵੀ ਜਿਹੜਾ ਇੱਕ ਬਾਰ ਕੇਸ ਦਰਜ ਹੈ ਔਰ ਨਾਰਮਲੀ ਜੋ ਚਿੱਟੇ ਦੀ ਸਪਲਾਈ ਹੈ ਉਹ ਜਾਂ ਤਾਂ ਦਿੱਲੀ ਸੇ ਜ਼ਿਆਦਾਤਰ ਹੁੰਦੀ ਹੈ ਜਾਂ ਜਿਹੜਾ ਹੈ ਕਈ ਵਾਰ ਇਹ ਬਾਰਡਰ ਏਰੀਆਜ਼ ਵਿੱਚ ਪੰਜਾਬ ਦੇ ਜਾ ਕਰਕੇ ਲੈ ਕੇ ਆਉਂਦੇ ਹਨ। ਸਰ ਕੀਮਤ ਕਿੰਨੀ ਕਾ ਜਿਹੜੀ ਇੰਟਰਨੈਸ਼ਨਲ ਮਾਰਕੀਟ ਤੋਂ ਅਸੀਂ ਇਹਨਾਂ ਕੀਮਤ ਨਹੀਂ ਦੱਸ ਸਕਦੇ। ਬੇਸਿਕਲੀ ਕਿਹੜੀ ਜਗ੍ਹਾ ਤੋਂ ਫੜੇਗੀ? ਮੈਂ ਦੱਸਿਆ ਸੀ ਕਿ ਇਹ ਪਾਵਾ ਕੱਟ ਹੈ ਜੋ ਗਿੱਲ ਚੌਕ ਦੇ ਨੇੜੇ ਹੈ, ਸ਼ਿਮਲਾਪੁਰੀ ਦੇ ਨੇੜੇ। ਉੱਥੋਂ ਜਾ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਤਿੰਨਾਂ ਨੂੰ ਸਪੈਸੀਫਿਕ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਗਿਆ। ਸਰ ਜਿਹੜੇ ਫੜੇ ਆ ਲੁਧਿਆਣੇ ਦੇ ਜਾਂ ਕਿ ਬਾਹਰ ਦੇ ਵੀ ਆ? ਇਹ ਬੰਦੇ ਸਾਰੇ ਲੁਧਿਆਣਾ ਦੇ ਰਹਿਣ ਵਾਲੇ, ਉਹਨਾਂ ਵਿੱਚੋਂ 2 ਬੰਦੇ ਜਿਹੜੇ ਨੇ ਉਹ ਮਨੋਹਰ ਨਗਰ ਇਲਾਕੇ ਦੇ ਰਹਿਣ ਵਾਲੇ ਤੇ ਇੱਕ ਜਿਹੜਾ ਇਹਨਾਂ ਵਿੱਚੋਂ ਮੁਰਾਦਪੁਰਾ ਜੋ ਹੈ ਲੁਧਿਆਣੇ ਦਾ ਰਹਿਣ ਵਾਲਾ। ਸਰ ਇਹਨਾਂ ਦਾ ਪਹਿਲੇ ਕਿੱਥੇ ਹੋਇਆ ਸੀਗਾ ਜੀ ਆਪਸ ਜੋ ਬੌਬੀ ਸਿੰਘ ਦੇ ਉੱਤੇ ਇੱਕ ਪਹਿਲੇ ਕੇਸ NDPS ਐਕਟ ਦਾ ਡਿਵੀਜ਼ਨ ਨੰਬਰ 3 ਵਿੱਚ ਦਰਜ ਹੈ। ਓਕੇ ਥੈਂਕ ਯੂ ਸਰ। ਖਬਰ ਲੈਂਦੇ ਮੋਗੇ ਤੋਂ। ਪੰਜਾਬ ਦੇ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ, ਵੇਖੋ ਪੂਰੀ ਖਬਰ। ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਕਾਫੀ ਵੱਧਦਾ ਜਾਂਦਾ, ਕੀ ਕਹਿਣਾ ਚਾਹੋਗੇ ਜੀ? ਭਾਜੀ ਸਾਨੂੰ ਬੜੀਆਂ ਉਮੀਦਾਂ ਸੀ, ਭਗਵੰਤ ਮਾਨ ਨੂੰ ਐਡਾ ਵੱਡਾ ਮੈਂਡੇਟ ਦਿੱਤਾ ਸੀ, ਲੋਕਾਂ ਨੇ CM ਬਣਾਇਆ ਸੀ। ਇਹ ਕਹਿੰਦਾ ਸੀ ਮੈਂ ਰੰਗਲਾ ਪੰਜਾਬ ਬਣਾਉਂਗਾ। ਰੰਗਲੇ ਪੰਜਾਬ ਦੇ ਨਾਂ ਤੇ ਇਹਨਾਂ ਨੇ ਵੋਟਾਂ ਮੰਗੀਆਂ, ਪਰ ਇਹਨਾਂ ਨੇ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਖੂਨੀ ਪੰਜਾਬ, ਖੂਨ ਦਾ ਰੰਗਿਆ ਹੋਇਆ ਪੰਜਾਬ। ਇਹਨਾਂ ਦਿਨਾਂ ਦੇ ਵਿੱਚ 3 ਤਾਂ ਦੀਪ ਹੀ ਚਲੇ ਗਏ, ਸਾਡੇ ਦੀਪ ਬੁਝ ਗਏ। ਦੇਖੋ ਕਿੰਨੀ ਮਾੜੀ ਗੱਲ ਆ। ਭਗਵੰਤ ਮਾਨ ਜੀ ਪਤਾ ਨਹੀਂ ਕਿੱਥੇ ਲੁੱਕ ਕੇ ਬੈਠੇ ਆ, ਕਿੱਥੇ ਛੁਪ ਕੇ ਬੈਠੇ ਆ। ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕਰਨਾ, ਇੱਕ ਸਟੇਟਮੈਂਟ ਨਹੀਂ ਦਿੱਤੀ ਇੱਕ ਆ ਕੇ। ਲਾ ਐਂਡ ਆਰਡਰ ਦੀ ਸਥਿਤੀ ਚਰਮਰਾ ਗਈ ਪੰਜਾਬ ਦੀ, ਪਰ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਮਾਨਯੋਗ ਪਤਾ ਨਹੀਂ ਕਿੱਥੇ ਬੈਠੇ ਨੇ। ਇੱਕ ਵਾਰੀ ਵੀ ਪੰਜਾਬ ਦੇ ਹਾਲਾਤ ਦੇ ਵਿੱਚ ਆ ਕੇ ਹਾਲਾਤ ਬਾਰੇ ਕੋਈ ਗੱਲ ਨਹੀਂ ਕੀਤੀ। ਕਿਹੜੇ ਕਿਹੜੇ ਦੀਪ ਚਲੇ ਗਏ, ਬੁਝ ਗਈ? ਇੱਕ ਤਾਂ ਗਿਆ ਜੀ ਮੁੰਡਾ ਜਿਹੜਾ ਐਕਟਰ ਸੀ ਦੀਪ ਸਿੱਧੂ, ਫਿਰ ਸਾਡਾ ਦੀਪ ਨੰਗਲ ਅੰਬੀਆਂ ਜਿਹੜਾ ਕਬੱਡੀ ਖਿਡਾਰੀ ਸੀ, ਫਿਰ ਇਹ ਸ਼ੁਭਦੀਪ ਆ ਗਿਆ ਜਿਹੜਾ ਗਾਉਣ ਵਾਲਾ ਸੀ, ਸਾਡਾ ਸਟਾਰ ਸੀ, ਬਹੁਤ ਹੋਣਹਾਰ।
ਅਨਮੈਰਿਡ ਬੱਚਾ, ਮਾਪਿਆਂ ਦਾ ਕੱਲਾ ਕੱਲਾ ਪੁੱਤਰ, ਤੇ ਇਹਨੇ ਜਿਹੜਾ ਸਾਡੇ ਸੱਭਿਆਚਾਰ ਨੂੰ ਦੇਸ਼ ਨਹੀਂ ਵਿਦੇਸ਼ ਦੇ ਵਿੱਚ, ਉਹ ਭਾਵੇਂ ਪਾਕਿਸਤਾਨ ਹੋਵੇ ਭਾਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ, ਉਹ ਜਿਹੜੇ ਉਹਨੂੰ ਸੁਣਨ ਵਾਲੇ ਉਹਦੇ ਚਾਹਣ ਵਾਲੇ ਰੋ ਰਹੇ ਨੇ ਅੱਜ। ਲੱਗਦਾ ਨਹੀਂ ਪੰਜਾਬ ਦੇ ਹਾਲਤ ਤਾਂ ਕਾਫੀ ਖਰਾਬ ਹੋ ਚੁੱਕੀ ਆ, ਹਰ ਆਦਮੀ ਚਾਹੁੰਦਾ ਮੇਰਾ ਬੱਚਾ ਬਾਹਰ ਚਲਾ ਜਾਵੇ। ਭਾਜੀ ਹਰ ਬੰਦਾ ਡਰਿਆ ਹੋਇਆ, ਸਹਿਮਿਆ ਹੋਇਆ ਮਹਿਸੂਸ ਕਰਦਾ। ਮੇਰੇ ਕਈ ਦੋਸਤਾਂ ਦਾ ਫੋਨ ਆਇਆ ਜਿਹੜੇ ਬਿਜ਼ਨਸ ਕਰਦੇ ਆ, ਚੰਗਾ ਚੰਗਾ ਬਿਜ਼ਨਸ ਆ, ਉਹ ਵੀ ਕਹਿੰਦੇ ਆ ਅਸੀਂ ਵਾਈਂਡ ਅਪ ਕਰਕੇ ਬਿਜ਼ਨਸ ਫੌਰਨ ਚਲੇ ਜਾਣਾ। ਈਵਨ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਮਹਿਸੂਸ ਕਰੋ ਮੋਗੇ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਤੁਹਾਨੂੰ ਖਾਲੀ ਹੋਏ ਮਿਲਦੇ ਆ। ਕਾਰਨ ਕੀ ਸਮਝਦੇ ਹੋ ਜੀ? ਕਾਰਨ ਜੀ ਗਵਰਨਮੈਂਟ ਬੇਤਜਰਬੇਕਾਰ ਆ। ਅਨਾੜੀ ਡਰਾਈਵਰ ਨੂੰ ਆਪਾਂ ਗੱਡੀ ਤੇ ਬਿਠਾ ਦਈਏ, ਜਿਵੇਂ ਉਹ ਸੱਜੇ ਮਾਰਦਾ ਕਿਤੇ ਖੱਬੇ ਮਾਰਦਾ, ਇਸ ਕਰਕੇ ਇਹ ਅਨਾੜੀ ਡਰਾਈਵਰ ਬੈਠ ਗਏ ਆ। ਇਹਦੇ ਨਾਲ ਸਾਡੀ ਸਟੇਟ ਦਾ ਨੁਕਸਾਨ ਹੋ ਰਿਹਾ। ਆਮ ਲੋਕਾਂ ਦਾ ਕਹਿਣਾ ਵੀ ਜਿਹੜੀ ਆਮ ਪਾਰਟੀ ਸਰਕਾਰ ਆ ਪੰਜਾਬ ਦੇ ਦਿੱਲੀ ਤੋਂ ਚੱਲਦੀ ਆ। ਬਿਲਕੁਲ ਚੱਲਦੀ। ਰਾਘਵ ਚੱਡਾ ਜੀ ਚਲਾ ਰਹੇ ਨੇ ਔਰ ਕੇਜਰੀਵਾਲ ਜੀ ਚਲਾ ਰਹੇ ਨੇ। ਤਦੇ ਤੱਕ ਭਗਵੰਤ ਮਾਨ ਜੀ ਕਿਤੇ ਰੜਕੀ ਨਹੀਂ ਰਹੇ, ਜਿਵੇਂ ਪਤਾ ਉਹ ਬਹਿ ਜਾਂਦਾ ਸ਼ਰਿੰਕ ਹੋ ਕੇ ਪਤਾ ਨਹੀਂ ਕਿੱਥੇ ਬੈਠੇ ਆ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ, ਜਾਂ ਤਾਂ ਰਿਜ਼ਾਈਨ ਦੇ ਦਿਓ ਜਾਂ ਖੁੱਲ ਕੇ ਸਾਹਮਣੇ ਆ ਕੇ ਲੋਕਾਂ ਦੇ ਵਿੱਚ ਲਾ ਐਂਡ ਆਰਡਰ ਨੂੰ ਕੰਟਰੋਲ ਕਰੋ। ਖਬਰ ਲੈਂਦੇ ਹਾਂ ਸੰਗਰੂਰ ਤੋਂ। ਆਮ ਆਦਮੀ ਪਾਰਟੀ ਦਾ ਕਰਾਂਗੇ ਬਾਈਕਾਟ। ਜਿਮਨੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿਤੇ ਨਾ ਕਿਤੇ ਕੁਝ ਲੋਕਾਂ ਵਿੱਚ ਇਸ ਗੱਲ ਦਾ ਗੁੱਸਾ ਹੈ। ਵੇਖੋ ਪੂਰੀ ਖਬਰ। ਭਾਈ ਮੇਰਾ ਨਾਮ ਹਾਕਮ ਸਿੰਘ ਧਨੇਠਾ ਜੀ। ਕਿਹੜੀ ਯੂਨੀਅਨ ਵੱਲੋਂ ਅੱਜ ਦਾ ਪ੍ਰੋਟੈਸਟ, ਕਿੱਥੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕੀ ਤੁਹਾਡੇ ਮੰਗਾਂ? ਇਹ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਦੇ ਜਿੰਨੇ ਵੀ ਕੈਬਨਿਟ ਮੰਤਰੀ ਨੇਗੇ, ਸਮੂਹ ਕੈਬਨਿਟ ਮੰਤਰੀਆਂ ਨੂੰ ਅਸੀਂ ਉਹਨਾਂ ਦੇ ਹਲਕਿਆਂ ਦੇ ਵਿੱਚ ਰੋਸ ਮਾਰਚ ਕਰਕੇ ਉਹਨਾਂ ਤੋਂ ਇਹ ਗੱਲਾਂ ਤੋਂ ਜਾਣੂ ਕਰਵਾ ਰਹੇ ਹਾਂਗੇ ਅਸੀਂ ਕਿ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹਿੰਦੀ ਸੀਗੀ ਕਿ ਜਿਹੜੀ ਸਰਕਾਰ ਹੈਗੀ ਇਹ ਆਮ ਲੋਕਾਂ ਦੀ ਸਰਕਾਰ ਹੈਗੀ, ਇੱਥੇ ਲੋਕਾਂ ਦੀ ਸੁਣਵਾਈ ਹੋਊਗੀ। ਪਰੰਤੂ ਜਦੋਂ ਦੀ ਇਹ ਸਰਕਾਰ ਬਣੀ ਹੈਗੀ, ਇਹਨਾਂ ਦੇ ਜਿੰਨੇ ਵੀ ਕੈਬਨਿਟ ਮੰਤਰੀ ਨੇਗੇ, ਮੁੱਖ ਮੰਤਰੀ ਪੰਜਾਬ ਆਗਾ, ਜਿੰਨੇ ਵੀ ਐਮਐਲਏ ਨੇਗੇ, ਸਮੁੱਚੇ ਐਮਐਲਏ ਤੋਂ ਲੈ ਕੇ ਕੈਬਨਿਟ ਮੰਤਰੀਆਂ ਤੱਕ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇਗੇ ਕਿ ਵੋਟਾਂ ਤੋਂ ਪਹਿਲਾਂ ਤੁਸੀਂ ਲੋਕਾਂ ਦੀ ਵਾਹਵਾਹੀ ਖੱਟਣ ਵਾਸਤੇ, ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵਕਤ ਧਰਨੇ ਮੁਜ਼ਾਹਰੇ ਕਰਦੇ ਸੀਗੇ, ਤਾਂ ਤੁਸੀਂ ਵੱਡੇ ਵੱਡੇ ਫਲੈਕਸ ਲਾ ਕੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਗੱਲ ਕਹਿੰਦੇ ਹੁੰਦੇ ਸੀ। ਪੰਜਾਬ ਦਾ ਮੁੱਖ ਮੰਤਰੀ ਖੁਸ਼ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਵੀ ਆ ਪਹਿਲੀ ਵਾਰੀ ਦੇਖਿਆ ਵੀ ਮਹਿਕਮਾ ਸਰਕਾਰੀ ਹੈਗਾ, ਮੁਲਾਜ਼ਮ ਠੇਕੇ ਵਾਲੇ ਨੇਗੇ, ਵੀ ਜਦੋਂ ਸਾਡੀ ਸਰਕਾਰ ਆ ਗਈ ਪਹਿਲ ਦੇ ਆਧਾਰ ਦੇ ਉੱਪਰ ਜਿੰਨੇ ਠੇਕੇ ਵਾਲੇ ਮੁਲਾਜ਼ਮ ਨੇਗੇ ਸੋ ਇਹਨਾਂ ਨੂੰ ਪੱਕਾ ਕੀਤਾ ਜਾਊਗਾ। ਪਰੰਤੂ ਬਦਕਿਸਮਤੀ ਦੀ ਗੱਲ ਹੈਗੀ ਕਿ ਗੰਦੀ ਰਾਜਨੀਤੀ, ਜਿਸ ਤਰ੍ਹਾਂ ਪਹਿਲਾਂ ਅਕਾਲੀਆਂ ਵਕਤ ਕਾਂਗਰਸੀਆਂ ਵਕਤ ਅਸੀਂ ਸੰਤਾਪ ਹੰਢਾਇਆ ਗਾ, ਇਹ ਆਮ ਆਦਮੀ ਦੀ ਸਰਕਾਰ ਆ ਜਿਹੜੀ ਭਗਤ ਸਰਾਭਿਆਂ ਦੇ ਨਾਂ ਦੇ ਉੱਪਰ ਖੇਖਣ ਕਰਦੀ ਹੈਗੀ, ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਵਾਹਵਾਹੀ ਖੱਟਦੀ ਹੈਗੀ। ਇਹ ਅਕਾਲੀ ਕਾਂਗਰਸੀਆਂ ਨਾਲੋਂ 2 ਕਦਮ ਅੱਗੇ ਨੇਗੇ। ਲਗਾਤਾਰ ਦਰਜਨਾਂ ਵਾਰ ਅਸੀਂ ਇਹਨਾਂ ਦੀਆਂ ਕੋਠੀਆਂ ਅੱਗੇ ਪ੍ਰੋਗਰਾਮ ਕਰੇ ਨੇਗੇ। ਪ੍ਰੋਗਰਾਮਾਂ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਮੀਟਿੰਗਾਂ ਤੈਅ ਹੁੰਦੀਆਂ ਨੇ ਕਿ ਜਦੋਂ ਮੀਟਿੰਗ ਕਰਨ ਵਾਸਤੇ ਅਸੀਂ ਚੰਡੀਗੜ੍ਹ ਇਹਨਾਂ ਦੇ ਦਰਾਂ ਮੂਹਰੇ ਜਾਂਦੇ ਆਂਗੇ ਤਾਂ ਸਾਨੂੰ 4-4 5-5 ਘੰਟੇ ਲਗਾਤਾਰ ਬਿਠਾ ਕੇ ਉੱਥੋਂ ਖਾਲੀ ਹੱਥ ਮੁੜਿਆ ਜਾਂਦਾ ਕਿ ਮੰਤਰੀ ਸਾਹਿਬ ਲਵੇ ਤੁਹਾਨੂੰ ਮਿਲਣ ਦਾ ਸਮਾਂ ਨਹੀਂਗਾ, ਮੁੱਖ ਮੰਤਰੀ ਸਾਹਿਬ ਦਾ ਸਟੂਲ ਬਿਜੀ ਹੈਗੀ। ਤਾਂ ਇਹ ਗੱਲ ਕਹਿਣੀ ਬਣਦੀ ਹੈਗੀ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਮੈਂ ਪੰਜਾਬ ਦਾ ਪੁੱਤਾਂਗਾ, ਸਾਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ, ਇਹ ਅਸੀਂ ਚੰਡੀਗੜ੍ਹ ਜਿਹੜੀਆਂ ਸਾਡੀਆਂ ਕੋਠੀਆਂ ਨੇ ਉਹਨਾਂ ਦੇ ਵਿੱਚ ਨਹੀਂ ਬੈਠਣਾ, ਸਾਡੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆ ਕੇ ਲੋਕਾਂ ਦੀ ਗੱਲ ਸੁਣਨੀ ਹੈਗੀ। ਤਾਂ ਫਿਰ ਅੱਜ ਅਸੀਂ ਕੜਕਦੀ ਗਰਮੀ ਦੇ ਵਿੱਚ ਆਪਦੀ ਗੱਲ ਸੁਣਾਉਣ ਵਾਸਤੇ ਆਏ। ਫਿਰ ਕਿੱਥੇ ਹੈ ਇੱਥੋਂ ਦਾ ਵਿੱਤ ਮੰਤਰੀ ਜਿਹੜੇ ਕਹਿੰਦੇ ਸੀ ਪੰਜਾਬ ਦਾ ਖਜ਼ਾਨਾ ਭਰਨਾਗਾ। ਜੇ ਗੱਲ ਅਸੀਂ ਆਪਦੇ ਮਹਿਕਮੇ ਦੀ ਕਰੀਏ, ਜੇਕਰ ਸਾਡੇ ਮਹਿਕਮੇ ਦੇ ਵਿੱਚ 3500 ਮੁਲਾਜ਼ਮਾਂ ਨੂੰ ਇਹ ਰੈਗੂਲਰ ਕਰਦੇ ਨੇ ਤਾਂ ਖਜ਼ਾਨੇ ਦੇ ਵਿੱਚ ਕਰੋੜਾਂ ਰੁਪਈਆ ਦਾ ਜਿਹੜਾ ਬੱਚਤ ਹੁੰਦੀ ਹੈਗੀ, ਪਰੰਤੂ ਕਰੋੜਾਂ ਰੁਪਈਆ ਬੱਚਤ ਨਹੀਂ ਕਰਨੀ ਹੈਗੀ। ਜਿੰਨੇ ਵੀ ਅਦਾਰੇ ਨੇਗੇ, ਚਾਹੇ ਉਹ ਵੇਰਕਾ ਮਿਲਕ ਪਲਾਂਟ ਹੋਵੇ, ਸੀਵਰੇਜ ਬੋਰਡ ਦੇ ਸਾਥੀ ਹੋਣ, ਜਲ ਸਪਲਾਈ ਦੇ ਸਾਥੀ ਹੋਣ, ਬਿਜਲੀ ਬੋਰਡ ਦੇ ਹੋਣ, ਕੱਚੇ ਟੀਚਰ ਹੋਣ, ਸਭਨਾਂ ਨੂੰ ਇਹਨਾਂ ਨੇ ਕੱਚੇ ਰੱਖਿਆ ਹੋਇਆ ਗਾ। ਵੋਟਾਂ ਵੇਲੇ ਜਿਹੜੀਆਂ ਗੱਲਾਂ ਕਹਿੰਦੇ ਸੀ ਸਾਰਿਆਂ ਤੋਂ ਸਾਫ਼ ਇਨਕਾਰ ਕਰਤਾ। ਅੱਜ ਤਕਰੀਬਨ ਸਾਡੀ 1 ਦਰਜਨ ਦੇ ਆਸ-ਪਾਸ ਜਥੇਬੰਦੀਆਂ ਨੇਗੀਆਂ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈਗਾ। ਸਾਡਾ ਪ੍ਰੋਗਰਾਮ ਇਹੀ ਹੈਗਾ ਵੀ ਅੱਜ ਅਸੀਂ ਇੱਥੇ ਆਏ ਆਂਗੇ, ਆਪਦੀ ਗੱਲ ਸੁਣਾਉਣੀ ਆਏਗੇ। ਇਸ ਤੋਂ ਬਾਅਦ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਦੁਬਾਰਾ ਫਿਰ ਅਸੀਂ ਲਗਾਤਾਰ ਮੋਰਚਾ ਹੈਗਾ ਜਿਹੜਾ ਪੱਕਾ ਧਰਨਾ ਹੈਗਾ, ਜਿਹੜਾ ਜੋ ਵੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਡਿਸਾਈਡ ਹੋਊਗਾ ਉਹਦੇ ਆਧਾਰ ਦੇ ਉੱਪਰ ਪ੍ਰੋਗਰਾਮ ਆ ਜਿਹੜਾ ਤਿੱਖਾ ਕੀਤਾ ਜਾਊਗਾ। ਔਰ ਜਿੱਥੇ ਵੀ ਹੁਣ ਪਿੰਡਾਂ ਦੇ ਵਿੱਚ ਇਹਨਾਂ ਨੇ ਆਉਣਾ ਗਾ, ਵੋਟਾਂ ਦਾ ਦਿਨ ਹੈਗਾ, MP ਦੀ ਜਿਹੜੀ ਚੋਣ ਆਗੀ ਸੰਗਰੂਰ ਦੇ ਵਿੱਚ ਹੋਣੀ। ਜੇਕਰ ਸਾਡੇ ਮੰਗਾਂ ਮਸਲੇ ਦਾ ਹੱਲ ਨਹੀਂ ਹੁੰਦਾ ਗਾ ਤਾਂ ਜਿਹੜੀ ਸੰਗਰੂਰ ਦੀਆਂ ਚੋਣਾਂ ਨੇਗੀਆਂ, ਇਹਨਾਂ ਚੋਣਾਂ ਦੇ ਵਿੱਚ ਅਸੀਂ ਆਮ ਆਦਮੀ ਸਰਕਾਰ ਦਾ ਪੂਰਨ ਤੌਰ ਦੇ ਉੱਪਰ ਬਾਈਕਾਟ ਕਰਾਂਗੇ
ਔਰ ਪਿੰਡਾਂ ਦੇ ਵਿੱਚ ਜਿੰਨੇ ਵੀ ਸੰਗਰੂਰ ਹਲਕੇ ਦੇ ਵਿੱਚ ਪਿੰਡ ਪੈਂਦੇ ਨੇਗੇ, ਸਮੁੱਚੇ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰਕੇ ਇਹ ਸਰਕਾਰ ਜਿਹੜੀ ਭਗਤ ਸਰਾਭਾ ਇਹਨਾਂ ਦੇ ਉੱਪਰ ਖੇਖਣ ਕਰਦੀ ਸੀ। ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਵਾਂਗੇ। ਸਿਰਫ ਇਹ ਡਰਾਮੇਬਾਜ਼ ਨੇਗੇ, ਨੀਤੀ ਪਾਲਿਸੀ ਇਹਨਾਂ ਦੀ ਉਹੀ ਆ, ਬਿਲਕੁਲ ਵੀ ਨਹੀਂ ਮਿਲੇ ਚੀਮਾ ਸਾਹਿਬ। ਪਹਿਲਾਂ ਵੀ ਮੁੱਖ ਮੰਤਰੀ ਵੱਲੋਂ ਸਾਨੂੰ ਡੀਸੀ ਸਾਹਿਬ ਨੇ ਜਿਹੜੇ ਸੰਗਰੂਰ ਦੇ, ਐਸਐਸਪੀ ਸਾਹਿਬ ਨੇ, ਉਹਨਾਂ ਵੱਲੋਂ ਲੈਟਰਾਂ ਦਿੱਤੀਆਂ ਗਈਆਂ ਨੇ ਵੀ ਬਕਾਇਦਾ ਜਿਹੜੀ ਮੀਟਿੰਗ ਹੈਗੀ ਥੋੜੀ ਕਨਫਰਮ ਹੋਣੀ ਹੈ, ਪਰੰਤੂ ਜਦੋਂ ਅਸੀਂ ਉੱਥੇ ਜਾਂਦੇ ਹਾਂ ਚੰਡੀਗੜ੍ਹ ਦੇ ਵਿੱਚ, ਸਾਡੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਮੀਟਿੰਗ ਨਹੀਂ ਕਰਨੀ। ਨੀਤੀ ਪਾਲਿਸੀ ਅੱਜ ਵੀ ਉਹੀ ਆ। ਅੱਜ ਵੀ ਕੋਆਪਰੇਟ ਘਰਾਣੇ ਦੇ ਪੱਖ ਪੂਰੇ ਜਾ ਰਹੇ ਨੇ। ਅੱਜ ਵੀ ਪੰਜਾਬ ਦੇ ਜਿੰਨੇ ਵੀ ਜਨਤਕ ਅਦਾਰੇ ਨੇ, ਸਰਕਾਰੀ ਅਦਾਰੇ ਨੇ, ਸਭਨਾਂ ਦਾ ਨਵੀਨੀਕਰਨ ਦੇ ਆਧਾਰ ਦੇ ਉੱਪਰ ਨਿੱਜੀਕਰਨ ਕੀਤਾ ਜਾ ਰਿਹਾ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।